शेर पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ। 9:15 ਹੋਏ ਨੇ ਤੇ 6 ਜੁਲਾਈ ਦਾ ਦਿਨ ਵਰਾ 2021 ਦਾ ਮੰਗਲਵਾਰ ਹੈ। 22 ਹਾੜ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਜਿਹਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਸ਼ਾਮਲ ਹੋਣਗੇ। ਫਿਰ ਕੁਝ ਖਬਰਾਂ ਤੁਹਾਡੇ ਸਨਮੁਖ ਹੋਣਗੀਆਂ। ਖਬਰਾਂ ਦੇ ਨਾਲ ਹੀ ਫਿਰ ਸ਼ਾਮਲ ਹੋਣਾ ਹੈ ਸਰ ਪ੍ਰਗਟ ਸਿੰਘ ਨੇ। ਅੱਜ ਦੇ ਪੰਜਾਬ ਦੀ ਪ੍ਰਗਟ ਸਿੰਘ ਉਹਨਾਂ ਦੀ 5ਵੀਂ ਕੜੀ ਤੇ ਇਸ ਦੇ ਵਿੱਚ ਤੁਸੀਂ ਖੁੱਲ੍ਹੇ ਸਵਾਲ ਪੁੱਛ ਸਕਦੇ ਹੋ, ਮੈਨੂੰ ਵੀ ਭੇਜ ਸਕਦੇ ਹੋ। ਜੇ ਨਹੀਂ ਸਮਾਂ ਮਿਲੂ ਤਾਂ ਸਿੱਧੇ ਵੀ ਪੁੱਛੋ, ਨਹੀਂ ਮੈਨੂੰ ਲਿਖ ਕੇ ਭੇਜ ਦਿਓ। ਔਕਣ ਬਣੇ ਤਣੇ ਪੁੱਛ ਲਓ, ਵੱਲ ਫੇਰ ਨਹੀਂ ਪਾਉਂਦਾ। 604 204 060420406000 ਆਉਣੇ ਨੰਬਰ ਹੈ ਤੇ 604 729 1224 ਜਿਹੜਾ ਹੈ ਉਹ ਮੇਰਾ WhatsApp ਤੇ ਟੈਕਸਟ ਲਈ 6047291224 ਹੱਦ ਟੈਲੀਫੋਨ ਮਲਾਨਾ ਟੈਲੀਫੋਨ ਕਰਨ ਨੂੰ ਅਰਬੀ ਬੰਦੇ ਕਹਿੰਦੇ ਰਕਬ ਹਦ ਟੈਲੀਫੋਨ ਤਸਰ ਟੈਲੀਫੋਨ ਵਾਲੇ। ਬੇਨਤੀ ਹੈ ਕਿ ਸਰਦਾਰ ਪ੍ਰਗਟ ਸਿੰਘ ਉਹਨਾਂ ਦੀ ਇਹ ਸੈਗਮੈਂਟ ਜਿਹੜੀ ਖਤਮ ਹੋ ਰਹੀ ਹੈ, ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਲੀਡਰ ਹੈ ਜਿਸ ਦੀ ਗੱਲ ਕਰਾਉਣੀ ਹੋਵੇ ਤਾਂ 604 729 1224 ਮੇਰੇ ਨਾਲ ਗੱਲਬਾਤ ਕਰਿਓ। 5 ਸੈਗਮੈਂਟਾਂ ਉਹਨਾਂ ਦੀਆਂ ਹੋਣਗੀਆਂ। ਉਸੇ ਤਰ੍ਹਾਂ ਹੀ ਸਵਾਲ ਸਤਿਕਾਰ ਦੇ ਨਾਲ ਗੱਲਬਾਤ ਹੋਏਗੀ। ਕੋਈ ਵੀ ਵਿਚਾਰ ਕਿਸੇ ਪਾਰਟੀ ਦੇ ਹੋਣ, ਪਰ ਗੱਲਬਾਤ ਉਸ ਤਰ੍ਹਾਂ ਹੀ ਹੋਏਗੀ ਜਿਸ ਤਰ੍ਹਾਂ ਸਰਦਾਰ ਪ੍ਰਗਟ ਸਿੰਘ ਉਹਨਾਂ ਨਾਲ ਹੋਈ ਹੈ, ਕਿਉਂਕਿ ਸਭ ਨੂੰ ਸਾਰੇ ਪਿਆਰ ਕਰਦੇ ਆ। ਸਾਡਾ ਕੰਮ ਨਹੀਂ ਕਿਸੇ ਦੀ ਤਰਫਦਾਰੀ ਕਰਨਾ। ਤੇ ਜੇ ਕਿਸੇ ਨੇ ਜਿਸ ਤਰ੍ਹਾਂ ਸਰਦਾਰ ਪ੍ਰਗਟ ਸਿੰਘ ਉਹਨਾਂ ਬਾਰੇ ਜਿਹੜੀ ਉਹਨਾਂ ਦੇ ਮਿੱਤਰ ਪਿਆਰਿਆਂ ਨੇ ਇਸ ਦੇ ਇਹ ਐਫਰਟਸ ਲਏ ਨੇ, ਤੇ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਬੇਨਤੀ ਹੈ ਕਿ ਤੁਹਾਨੂੰ ਜਾਣਨ ਵਾਲੇ ਨੇ ਜਿਹੜੇ, ਉਹਨਾਂ ਨੂੰ ਤੁਸੀਂ ਲਿਆ ਸਕਦੇ ਹੋ। ਲੱਕੜ ਦੇ ਤਖਤਿਆਂ ਉੱਤੇ ਕਰਜ਼ਾ ਹਸਤਾਖਰਨੀ, ਲੱਕੜ ਦੇ ਤਖਤਿਆਂ ਉੱਤੇ ਕਰਜ਼ਾ ਹਸਤਾਖਰਨੀ, ਇੱਕੋ ਇੱਕ ਰੀਝ ਦੇ ਮਗਰੋਂ ਹੋਜੇ ਚਾਹੇ ਆਖਰ ਨਹੀਂ। ਅੱਖਾਂ ਨਾਲ ਜੁਗਨੂਆਂ ਵਾਂਗੂ ਰਾਤਾਂ ਰੁਸ਼ਨਾਉਂਦੇ ਦੀ ਲਿਖਿਆ ਇੱਕ ਗੀਤ ਪਿਆ ਏ, ਬੁੱਲਾਂ ਚੋਂ ਗਾ ਦੇ ਨਹੀਂ। ਤੁਰਨਾ ਜਾਂ ਧਰਤ ਤੇ ਪਰੀਏ ਤਲੀਏ ਹੱਥ ਧਰ ਦਿਆਂਗੇ, ਸੁਰਗਾਂ ਦੇ ਰਾਹ ਨੇ ਪਰੀਏ ਪਹੀਆਂ ਤੇਰੇ ਨਾ ਕਰ ਦਿਆਂਗੇ। ਸਾਡੇ ਜੇ ਪਿੰਡ ਦੇ ਨਾਵੇਂ ਲਾ ਦਾਂ ਇੱਕ ਸ਼ਾਮ ਕੁੜੇ, ਪਾਣੀ ਦੀਆਂ ਤਹਿਾਂ ਉੱਤੇ ਲਿਖ ਦਾਂਗੇ ਨਾਮ ਕੁੜੇ। ਵਰਸਣ ਦੇ ਫੁੱਲ ਨਹੀਂ ਅੜੀਏ ਚੁੰਨੀ ਤੇ ਮੜ ਦਾਂਗੇ, ਬਰਸਣ ਦੇ ਫੁੱਲ ਨਹੀਂ ਅੜੀਏ ਵਰਸੀਮ ਕਹਿੰਦੇ ਆ, ਬਰਸਣ ਦੇ ਫੁੱਲ ਨਹੀਂ ਅੜੀਏ ਚੁੰਨੀ ਤੇ ਮੜ ਦਾਂਗੇ। ਸੁਰਗਾਂ ਦੇ ਰਾਹ ਨੇ ਪਹੀਆਂ ਤੇਰੇ ਨਾ ਕਰ ਦਾਂਗੇ, ਸੁਰਗਾਂ ਦੇ ਰਾਹ ਨੇ ਮੋਟਰ ਵਾਲੀਆਂ ਪਹੀਆਂ ਤੇਰੇ ਨਾ ਕਰ ਦਾਂਗੇ। ਸੁਰਿੰਦਰ ਸਿੰਘ ਦਾਊ ਮਾਜਰਾ ਪਿੰਡਾਂ ਦੀਆਂ ਗੱਲਾਂ ਲਿਖਦਾ ਹੈ। ਸਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਮੋਦੀ ਹੋਰਾਂ ਦੀ ਸਰਕਾਰ 'ਚ ਫੇਰ ਬਦਲ ਹੋ ਰਿਹਾ ਵੱਡਾ ਜੀ ਗਿੱਲ ਸਾਹਿਬ, ਇੱਕ ਬਹੁਤ ਵੱਡਾ ਫੇਰ ਬਦਲ ਆ ਜਿਹੜਾ ਉਹ ਹੋਣ ਜਾ ਰਿਹਾ ਹੈ। ਹੁਣ ਜਿਹੜੇ ਕੁਛ ਦੂਜੀਆਂ ਪਾਰਟੀਆਂ ਚੋਂ ਲੈ ਕੇ ਆਉਂਦੇ ਨੇ, ਉਹਨਾਂ ਨੂੰ ਇਹ ਲਾਲਚ ਦੇ ਕੇ ਲਿਆਂਦਾ ਸੀ ਵੀ ਤੈਨੂੰ ਮੰਤਰੀ ਬਣਾਵਾਂਗੇ, ਉਹਨਾਂ ਨੂੰ ਵੀ ਮੰਤਰੀ ਬਣਾਉਣਾ ਹੈ। ਕੁਛ ਰਾਜਾਂ 'ਚ ਚੋਣਾਂ ਹੋਣ ਜਾ ਰਹੀਆਂ ਨੇ, ਉੱਤਰ ਪ੍ਰਦੇਸ਼ ਹੈ, ਉੱਤਰਾਖੰਡ ਹੈ, ਹੋਰ ਬਹੁਤ ਸਾਰੇ ਸੂਬੇ ਨੇ। ਉਹਨਾਂ ਸੂਬਿਆਂ ਦੇ ਵੀ ਬੰਦੇ ਲੈਣੇ ਨੇ, ਉੱਥੋਂ ਵੀ ਐਂ ਬਣਾਉਣਾ ਵੀ ਭਾਈ ਤੁਹਾਡੇ ਸੂਬੇ ਕਣੀ ਤਾਂ ਅਸੀਂ ਝਾਕਦੇ ਹੀ ਬਾਹਲਾ, ਮੰਤਰੀ ਤੁਹਾਡੇ ਸੂਬੇ ਦਾ ਦੇਖੋ ਆ ਕੇ ਕੱਲ ਨੂੰ ਜਦੋਂ ਪ੍ਰਚਾਰ ਲਈ ਭੇਜਣਾ ਹੈ ਕਿੱਥੇ। ਤਾਂ ਹੁਣ ਗਿੱਲ ਸਾਹਿਬ ਜਾਂਦਾ ਹੈ ਵੀ ਆ ਫਲਾਨਾ ਬੰਦਾ ਕਿੱਥੇ ਜਾਊਗਾ, ਵੀ ਕੇਂਦਰ ਦਾ ਫਲਾਨਾ ਮੰਤਰੀ। ਲੋਕਾਂ ਦੀ ਜੇਬ ਤੇ ਬੋਝ ਪਾਉਣਾ, ਜਿੰਨੇ ਮਰਜ਼ੀ ਮੰਤਰੀ ਬਣਾ ਲੈਣ, ਘਰ ਦੀ ਸਰਕਾਰ ਹੈ। ਤਾਂ ਇਸ ਕਰਕੇ ਸਰਕਾਰ ਆ ਜਿਹੜੀ ਉਹ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਜਾ ਰਹੀ ਆ। ਤੁਹਾਨੂੰ ਪਤਾ ਹੈ ਕਿ ਆਪਣੇ ਭਾਰਤ ਦੀ ਰਾਜਨੀਤੀ ਦੇ ਵਿੱਚ ਜਾਤ, ਗੋਤ, ਧਰਮ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ। ਇਸ ਕਰਕੇ ਹੁਣ ਜਿਹੜੇ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਨੇ, ਉਹਨਾਂ ਦੇ ਵਿੱਚ ਸਾਰੇ ਵਰਗਾਂ ਨੂੰ ਜਿਹੜਾ ਉਹ ਮਾਨਤਾ ਦੇਣ ਦੀ ਗੱਲ ਆ ਜਿਹੜੀ ਉਹ ਮੋਦੀ ਸਰਕਾਰ ਕਰੂਗੀ ਕਿ ਦੇਖੋ ਅਸੀਂ ਫਲਾਣੇ ਵਰਗ ਦੇ ਵਿੱਚੋਂ ਵੀ ਮੰਤਰੀ ਬਣਾਇਆ, ਫਲਾਣੇ ਵਰਗ ਦੇ ਵਿੱਚੋਂ ਵੀ ਮੰਤਰੀ ਬਣਾਇਆ। ਹਾਲਾਂਕਿ ਉਹ ਮੰਤਰੀ ਕਿੰਨਾ ਕੁ ਕੰਮ ਕਰਨਗੇ ਆਪਣੇ ਵਰਗ ਦੇ ਲਈ, ਇਹ ਦੇਖਣਾ ਹੋਊਗਾ। ਸੋ ਕੁੱਲ ਮਿਲਾ ਕੇ ਗਿੱਲ ਸਾਹਿਬ ਇਹ ਪਤਾ ਲੱਗਿਆ ਕਿ 22 ਨਵੇਂ ਚਿਹਰੇ ਨੇ ਜਿਹੜੇ ਉਹ ਸ਼ਾਮਲ ਕੀਤੇ ਜਾ ਸਕਦੇ ਨੇ, ਜਿਹਦੇ 'ਚ ਜੋਤੀ ਰਾਏ ਸਿੰਧਿਆ ਜਿਹੜਾ ਕਾਂਗਰਸ ਪਾਰਟੀ ਦੇ ਵਿੱਚੋਂ ਪਿੱਛੇ ਜੇ ਸ਼ਾਮਲ ਹੋਇਆ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ,
ਇਸ ਤੋਂ ਇਲਾਵਾ ਨਾਰਾਇਣ ਰਾਏ, ਸਰਬਾਨੰਦ ਸੋਨੋਵਾਲ, ਇਹ ਕਈ ਮੰਤਰੀ ਨੇ ਜਿਹੜੇ ਉਹ ਬਣਾਏ ਜਾਣਗੇ। ਵਰੁਣ ਗਾਂਧੀ ਦਾ ਵੀ ਨੰਬਰ ਲੱਗ ਸਕਦਾ ਇਹਦੇ 'ਚ। ਸੋ ਲੱਗਦਾ ਗਾ ਕਿ ਕੁਝ ਨਵੇਂ ਚਿਹਰੇ ਹੋਣਗੇ, ਕੁਝ ਨੌਜਵਾਨ ਚਿਹਰੇ ਹੋਣਗੇ, ਕੁਝ ਅਜਿਹੇ ਹੋਣਗੇ ਜਿਨ੍ਹਾਂ ਨੂੰ ਚੋਣ ਪ੍ਰਚਾਰ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਭੇਜਿਆ ਜਾਣਾ, ਸੋ ਮੰਤਰੀ ਬਣਾ ਕੇ ਉਹ ਚੋਣ ਪ੍ਰਚਾਰ ਵੱਧ ਕਰਨਗੇ। ਇਸ ਕਰਕੇ ਮੋਦੀ ਸਰਕਾਰ ਵੱਡਾ ਫੇਰ ਬਦਲ ਆ ਜਿਹੜਾ ਕਰਨ ਜਾ ਰਹੀ ਆ। ਕੁਝ ਅੱਜ ਫੇਰ ਬਦਲ ਕੀਤਾ, 8 ਰਾਜਾਂ ਦੇ ਰਾਜਪਾਲ ਨੇ ਜਿਹੜੇ ਉਹ ਨਵੇਂ ਲਾਏ ਗਏ ਨੇ, ਔਰ ਉਹਨਾਂ ਦੇ ਵਿੱਚ ਹਰਿਆਣਾ ਵੀ ਇੱਕ ਹੈਗਾ। ਸੋ ਇਹ ਵੀ ਇਸੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈਗਾ ਕਿ ਕੱਲ ਨੂੰ 22 ਜਣਿਆਂ ਨੂੰ ਮੰਤਰੀ, ਲਗਭਗ ਅੰਦਾਜ਼ਾ ਇਹ ਕਿ 2 ਦਰਜਨ ਦੇ ਲਗਭਗ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਨਵਾਂ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾਣਾ। ਉਸ ਤੋਂ ਪਹਿਲਾਂ ਅੱਜ ਬੰਡਾਰੂ ਦੱਤਾਤਰੇ ਹਰਿਆਣਾ ਦੇ ਰਾਜਪਾਲ, ਰਜਿੰਦਰ ਵਿਸ਼ਵਨਾਥ ਅਰਲੇਕਰ ਉਹ ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ। ਇਸ ਤੋਂ ਇਲਾਵਾ ਗਹਿਲੋਤ ਨੂੰ ਕਰਨਾਟਕ, ਹਰੀ ਬਾਬੂ ਕੰਬਾਪਤੀ ਨੂੰ ਮਿਜ਼ੋਰਮ, ਮੰਗੂਬਾਈ ਪਟੇਲ ਨੂੰ ਮੱਧ ਪ੍ਰਦੇਸ਼, ਇਸ ਤਰੀਕੇ ਦੇ ਨਾਲ 8 ਨਵੇਂ ਰਾਜਪਾਲ ਨੇ ਜਿਹੜੇ ਉਹ ਲਾਏ ਗਏ ਨੇ। ਸੋ ਇਹਨਾਂ 'ਚ ਜ਼ਿਆਦਾਤਰ ਨੇ ਜਿਹੜੇ ਗਿੱਲ ਸਾਹਿਬ ਉਹ RSS ਬੈਕਗਰਾਊਂਡ ਦੇ ਵਿਅਕਤੀ ਨੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ ਜੀ। ਬਰੀ ਦਾ ਤਿਓਰ ਤੇ ਭਾਬੀ ਦਾ ਦਿਓਰ ਦਿੱਲੀ ਪਹੁੰਚਿਆ ਫਿਰ ਕੈਪਟਨ? ਜੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਕਾਫੀ ਖਫਾ ਨੇ। 4.5 ਸਾਲ ਪੰਜਾਬ ਦੇ ਲੋਕਾਂ ਨੂੰ ਦਿਖਾਈ ਨਹੀਂ ਦਿੱਤੇ, ਔਰ ਪੰਜਾਬ ਦੇ ਲੋਕਾਂ ਨੂੰ ਤਾਂ ਕੀ ਦਿਖਾਈ ਦੇਣੇ ਸੀ, MLA ਤਰਸ ਗਏ ਕਪਤਾਨ ਸਾਹਿਬ ਨੂੰ ਮਿਲਣ ਲਈ। ਹੁਣ ਤੀਜੇ ਕੁ ਦਿਨ ਦਿੱਲੀ ਪੇਸ਼ੀ ਪੈ ਜਾਂਦੀ ਹੈ ਹਾਈ ਕਮਾਂਡ ਅੱਗੇ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਤਾਂ ਲੱਗਦਾ ਵੀ ਰਾਜਿਆਂ ਮਹਾਰਾਜਿਆਂ ਦੀ ਠੁੱਕ, ਔਰ ਮੀਡੀਆ ਵਾਲੇ ਕਹਿ ਰਹੋ ਜੀ ਹਾਈ ਕਮਾਂਡ ਅੱਗੇ ਪੇਸ਼ ਹੋਣ ਲਈ ਚੱਲੇ ਕਪਤਾਨ ਸਾਹਿਬ। ਸੋ ਇਹ ਗੱਲ ਤੋਂ ਕਾਫੀ ਨਾਰਾਜ਼ ਨੇ। ਇਸ ਕਰਕੇ ਲੱਗਦਾ ਵੀ ਐਤਕੀ ਆਖਰੀ ਸੀ ਇਹ ਮੁਲਾਕਾਤ। ਸੋ ਸਿੱਧਾ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਹੋਈ, ਲਗਭਗ 2 ਘੰਟੇ ਉੱਥੇ ਰਹੇ, ਔਰ ਦੱਸਦੇ ਨੇ ਵੀ 80 ਤੋਂ 90 ਮਿੰਟ ਜਿਹੜੀ ਗੱਲਬਾਤ ਆ ਉਹ ਚੱਲਦੀ ਰਹੀ ਪੰਜਾਬ ਮਸਲੇ ਨੂੰ ਲੈ ਕੇ। ਥੋਰੋਲੀ ਮਸਲਾ ਡਿਸਕਸ ਹੋਇਆ, ਔਰ ਇਹਦੇ 'ਚ ਕੋਈ ਹੱਲ ਜਿਹੜਾ ਉਹ ਕੱਢਿਆ ਗਿਆ ਗਾ। ਨਵਜੋਤ ਸਿੰਘ ਸਿੱਧੂ ਵੀ ਦਿੱਲੀ ਡੇਰਾ ਲਾਈ ਬੈਠੇ ਨੇ, ਭਾਵੇਂ ਦੋਨਾਂ ਨੂੰ ਇਕੱਠਿਆਂ ਤਾਂ ਨਹੀਂ ਬਿਠਾਇਆ ਗਿਆ, ਲੇਕਿਨ ਪਤਾ ਇਹ ਲੱਗਿਆ ਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦੇ ਲਈ ਮਨਾ ਲਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹਿਮ ਅਹੁਦਾ, ਕੋਈ ਅਹਿਮ ਨੁਮਾਇੰਦਗੀ ਹੈ ਜਿਹੜੀ ਉਹਨੂੰ ਉਹ ਦਿੱਤੀ ਜਾਵੇ, ਤਾਂ ਕਿ ਇੱਕ ਸਮਤੋਲ ਬਣਾਇਆ ਜਾ ਸਕੇ। ਸੋ ਇਹਦੇ ਲਈ ਇੱਕ ਪੂਰੇ ਦਾ ਪੂਰਾ ਖਾਕਾ ਤਿਆਰ ਹੋ ਗਿਆ। ਹੁਣ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਇਹ ਸਾਰੇ ਮਸਲੇ ਦੇ ਉੱਤੇ ਸਹਿਮਤ ਕਰਕੇ ਪੰਜਾਬ ਭੇਜਿਆ ਜਾਊਗਾ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਤੋਂ ਬਾਅਦ ਮੀਡੀਆ ਨੇ ਪੁੱਛਿਆ ਵੀ 1-2 ਸਵਾਲ, ਜਿਹਦੇ 'ਚ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ। ਕੈਪਟਨ ਅਮਰਿੰਦਰ ਸਿੰਘ ਦਮੀ ਆਵਾਜ਼ ਦੇ ਵਿੱਚ ਸਿਰਫ ਇਹੀ ਕਹਿ ਸਕੇ ਕਿ ਜੋ ਸੋਨੀਆ ਗਾਂਧੀ ਕਹਿਣਗੇ, ਜੋ ਸਾਡੇ ਲਈ ਹੁਕਮ ਜਾਰੀ ਕਰਨਗੇ, ਉਹ ਮਨਜ਼ੂਰ ਹੋਵੇਗਾ। ਸੋ ਜਿਹਦੇ 'ਚੋਂ ਲੱਗਦਾ ਇਹ ਆ ਕਿ ਅਣਮੰਨੇ ਮਨ ਨਾਲ ਮੰਨਣਾ ਪੈ ਗਿਆ ਕਪਤਾਨ ਸਾਹਿਬ ਨੂੰ ਜੀ। ਅੱਛਾ ਜੀ, ਹੁਣ ਮੈਂ ਇਹ ਤਾਂ ਗੱਲ ਠੀਕ ਹੈ, ਬਣ ਗਏ ਸਾਰੇ ਕੁਛ ਰਾਜਨੀਤੀ। ਪਤੀ ਸਾਹਿਬ ਮੈਨੂੰ ਇਉਂ ਲੱਗਦਾ ਹੈ ਬਈ ਕਿਸਾਨ ਜਿਹੜੇ ਸੰਘਰਸ਼ ਦੇ ਆਗੂ ਨੇ, ਸਰਦਾਰ ਫੂਲ ਵਰਗੇ ਤੇ ਡਾਕਟਰ ਦਰਸ਼ਨਪਾਲ ਵਰਗੇ, ਉਹ ਕਿਉਂਕਿ ਰਾਜਨੀਤਿਕ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੇ ਤੇ ਉਹ ਟਿਕ ਕੇ ਬਹਿ ਗਏ। ਜਿਹੜੇ ਰਾਜਨੀਤੀ ਵੱਲ ਝਾਕਦੇ ਹੈ, ਹੁਣ ਨਾਂ ਨਹੀਂ ਮੈਂ ਲੈ ਸਕਦਾ, ਉਹਨਾਂ ਨੂੰ ਇਉਂ ਆ ਵੀ 22 ਤੋਂ ਪਹਿਲਾਂ ਇਹ ਮਸਲਾ ਨਾ ਕਿਤੇ ਨਿਬੜ ਜਾਏ। ਲੋਕ ਸੰਨ 'ਚ ਆਏ ਹੋਏ ਨੇ। ਉਧਰੋਂ ਸਰਕਾਰ ਮੋਦੀ ਕਹਿੰਦੀ ਆ ਫਾਈਲ ਉਹ ਪੁਰਾਣੀ ਰਹਿਣ ਦਿਓ, ਵਿੱਚ ਸਾਰੇ ਪੇਪਰ ਬਦਲ ਲਓ, ਸਭ ਕੁਛ ਕਰ ਲਓ। ਮੈਨੂੰ ਇਉਂ ਲੱਗਦਾ ਕਿ ਜਿਹੜੇ ਰਾਜਨੀਤੀ ਵਾਲੇ ਪਾਸੇ ਕਿਸਾਨ ਆਗੂ ਜਾਣਾ ਚਾਹੁੰਦੇ ਆ, ਉਹ ਗੱਲ ਨਿਬੜ ਨਹੀਂ ਦੇਣਾ ਚਾਹੁੰਦੇ। ਠੀਕ ਆ ਜਾਂ ਮੈਂ ਗਲਤ ਹੈ? ਦੇਖੋ ਗਿੱਲ ਸਾਹਿਬ, ਗੱਲ ਇਹ ਆ ਕਿ ਕਿਸਾਨ ਨੇ ਜਿਹੜੇ ਉਹ ਸ਼ੁਰੂ ਤੋਂ ਹੀ ਆਪਣੇ ਮੰਗਾਂ ਮਸਲੇ ਲੈ ਕੇ ਸਰਗਰਮ ਰਹੇ, ਪਰ ਕਿਸਾਨਾਂ ਨੂੰ ਲੀਡਰਸ਼ਿਪ ਆ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ, ਉਹ ਲੀਡਰਸ਼ਿਪ ਉਸ ਰੂਪ ਦੀ ਨਹੀਂ ਮਿਲ ਪਾਈ ਜਿਸ ਰੂਪ ਦੀ ਚਾਹੀਦੀ ਸੀਗੀ। ਕਿਉਂਕਿ ਸ਼ੁਰੂਆਤ ਦੇ ਵਿੱਚ ਮਤਲਬ ਭੁਪਿੰਦਰ ਮਾਨ, ਅਜਮੇਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਇਹ ਕਿਸਾਨਾਂ ਦੇ ਮੁੱਖ ਆਗੂਆਂ ਦੇ ਤੌਰ ਦੇ ਉੱਤੇ ਉੱਭਰੇ। ਇਹਨਾਂ ਦੇ ਵਿੱਚੋਂ ਵੀ ਮਤਲਬ ਜਿਹੜਾ ਉਹ ਕਿਤੇ ਨਾ ਕਿਤੇ ਵੱਖ-ਵੱਖ ਸਰਕਾਰਾਂ ਦੇ ਜਿਹੜੇ ਨੇੜੇ ਨੇ ਉਹ ਰਹਿੰਦੇ ਰਹੇ ਨੇ। ਇਹਦੇ ਵਿੱਚ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ। ਅਜਮੇਰ ਸਿੰਘ ਲੱਖੋਵਾਲ ਨੇ ਤਾਂ ਸ਼ਰੇਆਮ ਕੈਬਨਿਟ ਮੰਤਰੀ ਦਾ ਰੈਂਕ ਮਾਨਿਆਗਾ, ਔਰ ਬਲਬੀਰ ਸਿੰਘ ਰਾਜੇਵਾਲ ਵੀ ਮਤਲਬ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਪਾਰਟੀਆਂ ਦੀ ਹਮਾਇਤ ਆ ਜਿਹੜੀ ਉਹ ਕਰਦੇ ਰਹੇ। ਤਾਂ ਇਸ ਕਰਕੇ ਹੁਣ ਇਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਜ਼ਰੂਰ ਚੱਲ ਰਹੀ ਹੈ। ਮਾਮਲਾ ਭਖਿਆ ਹੋਇਆ ਸੰਯੁਕਤ ਮੋਰਚੇ ਦੇ ਵਿੱਚ ਵੀ ਇਹਦੀ ਕਿਤੇ ਨਾ ਕਿਤੇ ਗਾਹੇ ਵਗਾਹੇ ਚਰਚਾ ਹੁੰਦੀ ਰਹਿੰਦੀ ਹੋਵੇਗੀ ਕਿ ਜਿਹੜੀਆਂ, ਕਿਉਂਕਿ ਉੱਥੇ ਜਿਹੜੀਆਂ ਜਥੇਬੰਦੀਆਂ ਨੇ 32 ਪੰਜਾਬ ਦੀਆਂ ਸਰਗਰਮ ਜਥੇਬੰਦੀਆਂ ਨੇ, ਉਹ 'ਚ ਕੁਝ ਜਥੇਬੰਦੀਆਂ ਉਹ ਨੇ ਜਿਹੜੀਆਂ ਇਲੈਕਸ਼ਨ ਦਾ ਬਾਈਕਾਟ ਕਰਨਗੀਆਂ। ਜਿਹਨਾਂ 'ਚ ਫੂਲ ਹੁਰੀ ਨੇ, ਦਰਸ਼ਨਪਾਲ ਹੁਰੀ ਨੇ, ਉਹਨਾਂ ਨੇ ਤਾਂ ਬਾਈਕਾਟ ਕਰਨਾ ਕਿ ਭਾਈ ਅਸੀਂ ਤਾਂ ਕਿਸੇ ਨੂੰ ਨਹੀਂ ਵੋਟ ਪਾਉਂਦੇ। ਕੁਛ ਉਹ ਨੇ ਜਿਹੜੀਆਂ ਇਸ ਮਸਲੇ ਦੇ ਉੱਤੇ ਚੁੱਪ ਸਹਿਮਤੀ ਰੱਖਣਗੀਆਂ,
ਕੁਝ ਉਹ ਨੇ ਜਿਹੜੀਆਂ ਸਿੱਧੇ ਤੌਰ ਤੇ ਪਾਰਟਿਸਿਪੇਟ ਕਰਨਗੀਆਂ, ਉਹਨਾਂ 'ਚ ਕੁਝ ਖੱਬੇ ਪੱਖੀ ਧਿਰਾਂ ਵੀ ਨੇ, ਜਿਵੇਂ ਰਜਿੰਦਰ ਸਿੰਘ ਦੀ ਜਥੇਬੰਦੀ ਆ ਦੀਪ ਸਿੰਘ ਵਾਲੇ ਦੀ, ਉਹ ਸਿੱਧੇ ਤੌਰ ਤੇ ਇਲੈਕਸ਼ਨ 'ਚ ਪਾਰਟਿਸਿਪੇਟ ਕਰਦੀ ਆ ਤੇ ਕਰੂਗੀ। ਤੇ ਹੋਰ ਕੁਝ ਜਥੇਬੰਦੀਆਂ ਨੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਨੇੜੇ ਰਹਿੰਦੀਆਂ ਨੇ, ਤਾਂ ਉਹ ਵੀ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੀਆਂ। ਸੋ ਇਹ ਮਸਲਾ ਚੱਲੂਗਾ। ਪਰ ਕੁੱਲ ਮਿਲਾ ਕੇ ਗੱਲ ਸਾਹਿਬ, ਕਿ ਪੰਜਾਬ ਦੇ ਨਾਲੋਂ ਵੀ ਵੱਡਾ ਮਸਲਾ ਗਾ ਜਿਹੜਾ, ਉਹ ਇਹ ਹੋਣਾ ਕਿ ਦੋ ਬੰਦੇ ਜਿਹੜੇ ਮਤਲਬ ਇਸ ਵਕਤ ਸਰਗਰਮ ਨੇ ਕਿਸਾਨ ਸੰਘਰਸ਼ ਦੇ ਵਿੱਚ, ਇੱਕ ਰਕੇਸ਼ ਟਕੈਤ ਤੇ ਦੂਜਾ ਗੁਰਨਾਮ ਸਿੰਘ ਚੜੂਨੀ, ਉਹ ਦੋਨੇ ਇਲੈਕਸ਼ਨ 'ਚ ਪਾਰਟਿਸਿਪੇਟ ਕਰਦੇ ਆਏ ਨੇ ਤੇ ਉਹਨਾਂ ਦੋਨਾਂ ਨੇ ਵੀ ਜਾਣਾ। ਸੋ ਜਿਸ ਪਾਸੇ ਉਹ ਜਾਣਗੇ ਉਹ ਪਾਸਾ ਜ਼ਾਹਰਾ ਤੌਰ ਦੇ ਉੱਤੇ ਅਹਿਮ ਹੋਊਗਾ ਜੀ। ਬੁੱਚੜ ਜਿਹਨੂੰ ਕਿਹਾ ਜਾਂਦਾ ਸੀ, ਜਿਹਦੀ ਆਲਮ ਸੈਨਾ ਨੇ ਮਾਝੇ ਦੇ ਵਿੱਚ ਬਹੁਤ ਜ਼ੁਲਮ ਕੀਤਾ, ਕਹਿੰਦੇ ਰੁਖਸਤ ਹੋ ਗਿਆ ਜਹਾਨੋਂ। ਉਸ ਦੀ ਘਰਵਾਲੀ ਹੈ ਜਿਹੜੀ ਉਸ ਨੂੰ ਬਾਦਲ ਸਰਕਾਰ ਦੇ ਵੇਲੇ ਜਿਹੜਾ ਜਨਰਲ ਸੈਕਟਰੀ ਵੂਮਨ ਬੈਂਕ ਦਾ ਲਾਇਆ ਸੀ, ਇਜ਼ਹਾਰ ਆਲਮ ਦੀ ਬਣਦੀ ਰਹੀ ਹੈ ਬਾਦਲਾਂ ਦੇ ਸਮੇਂ, ਤੇ ਤੁਰ ਗਿਆ ਇੱਥੋਂ। ਜੀ ਗਿੱਲ ਸਾਹਿਬ, ਬਾਕੀ ਪੰਜਾਬ ਦਾ DGP ਰਿਹਾ ਮੁਹੰਮਦ ਇਜ਼ਹਾਰ ਆਲਮ, 73 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਦੇ ਨਾਲ ਉਹਨੂੰ ਮੌਤ ਹੋਈ ਹੈ। ਸ਼ੂਗਰ ਤੋਂ ਪੀੜਤ ਸੀਗਾ। ਸੋ ਖਾਲਿਸਤਾਨੀ ਲਹਿਰ ਜਦੋਂ ਚੱਲਦੀ ਸੀ, ਉਦੋਂ ਇਜ਼ਹਾਰ ਆਲਮ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਸੀ, ਕਿਉਂਕਿ ਇਹਨੇ ਆਲਮ ਸੈਨਾ ਬਣਾਈ ਸੀ ਉਸ ਵਕਤ, ਔਰ ਕਿੰਨੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਨ ਦੇ ਵਿੱਚ ਉਹ ਆਲਮ ਸੈਨਾ ਅੱਗੇ ਸੀਗੀ। ਕੁਛ ਖਾਲਿਸਤਾਨੀ ਲਹਿਰ ਦੇ ਵਿੱਚੋਂ ਜਿਹੜੇ ਬੰਦੇ ਛਿੜਕ ਗਏ ਸੀ ਜਾਂ ਪਿੱਛੇ ਹਟ ਗਏ ਸੀ, ਕੁਛ ਬੰਦੇ ਉਹ ਮਤਲਬ ਜਿਹੜੇ ਉਸ ਵਕਤ ਇਹਨਾਂ ਦੇ ਬਲੈਕ ਕੈਟ ਸੀ, ਕੁਛ ਹੋਰ ਕੁਛ ਨੂੰ ਮਤਲਬ ਇਸ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਬਕਾਇਦਾ ਟ੍ਰੇਨਿੰਗ ਦੇ ਕੇ, ਤਾਂ ਉਹਦੇ ਨਾਲ ਮਤਲਬ ਆਲਮ ਸੈਨਾ ਉਹਨਾਂ ਸਮਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਸੀਗੀ। ਤੇ ਉਸ ਤੋਂ ਬਾਅਦ ਵੀ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਇਆ ਸੀਗਾ ਜੀ। ਮਲੇਰਕੋਟਲਾ ਤੋਂ ਟਿਕਟ ਲੈਣੀ ਚਾਹੀ ਸੀ, ਬਿਲਕੁਲ ਐਲਾਨ ਹੋਣਾ ਬਾਕੀ ਸੀਗਾ, ਲੇਕਿਨ ਕੁਝ ਸਿੱਖ ਸੰਸਥਾਵਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਅਕਾਲੀ ਦਲ ਨੇ ਇਹਦੀ ਪਤਨੀ ਫਰਜ਼ਾਨਾ ਖਾਤੂਨ ਨੂੰ ਜਿਹੜਾ ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ। ਉਹ ਮਲੇਰਕੋਟਲਾ ਤੋਂ MLA ਬਣੀ। ਉਸ ਤੋਂ ਬਾਅਦ ਅਕਾਲੀ ਸਰਕਾਰ 'ਚ ਮੁੱਖ ਸੰਸਦੀ ਸਕੱਤਰ ਰਹੀ ਆ, ਔਰ ਉਸ ਤੋਂ ਬਾਅਦ ਮਤਲਬ ਇਹ ਚਰਚਾ ਦੇ ਵਿੱਚ ਪਰਿਵਾਰ ਆ ਜਿਹੜਾ ਉਹ ਅਕਸਰ ਰਿਹਾਗਾ। ਸੋ ਅੱਜ ਉਹਦੀ ਮੌਤ ਹੋਈ ਹੈ ਜੀ ਗਿੱਲ ਸਾਹਿਬ। ਬਿਲਕੁਲ, ਬਿਹਾਰ ਦਾ ਜੰਪਲ ਸੀ ਤੇ ਵਿਆਹ ਫਿਰ ਮਲੇਰਕੋਟਲੇ ਕਰਾ ਲਿਆ। ਸੀਤਾਮੜੀ ਦਾ ਇਹਦਾ ਜਨਮ ਸੀ। ਤੇ ਦੂਜੇ ਬੰਨੇ ਮੁਹੰਮਦ ਮੁਸਤਫਾ ਤੇ ਰਜੀਆ ਸੁਲਤਾਨਾ ਉਹ ਵਿਆਹੇ ਹੋਏ ਨੇ। ਅੱਛਾ ਜੀ, ਅਖੀਰ ਦੇ ਵਿੱਚ ਧਨੌਲੇ ਵਾਲੇ ਗਰੇਵਾਲ ਦੀ ਦੱਸਿਓ ਜੀ ਫਿਰ ਗੱਲ। ਉਹਦਾ ਰੇੜਕਾ ਬੜਾ ਪੈਂਦਾ, ਉਹ ਸਿੰਗੜੀ ਛੇੜਦਾ। ਅਸਲ ਉਹਨੂੰ ਇਹ ਆ ਵੀ ਮੈਂ ਸਿੰਗੜੀ ਛੇੜ ਕੇ ਕਿਵੇਂ ਨਾ ਕਿਵੇਂ ਮੈਨੂੰ ਰੁਤਬਾ ਮਿਲ ਜਾਵੇ, ਹੋਰ ਰੇੜਕਾ ਉਹਦਾ ਕਿਸੇ ਨਾਲ ਕੋਈ ਨਹੀਂ। ਉਹਦੇ ਫਿਰ ਜਿਹਨੇ ਝੋਨਾ ਵਾਹਿਆ ਜੀ, ਫਿਰ ਕੇਸ ਹੋ ਗਿਆ, ਮੁੰਡਿਆਂ ਤੇ ਪਰਚਾ ਹੋ ਗਿਆ। ਪਰਚਾ ਤਾਂ ਹੋ ਗਿਆ ਗਿੱਲ ਸਾਹਿਬ, ਲੇਕਿਨ ਮਸਲਾ ਹੀ ਇਹ ਹੈ ਅਸਲ ਦੇ ਵਿੱਚ, ਜਿਹੜਾ ਇਹਨਾਂ ਦਾ ਆਪਦਾ ਸਾਬਕਾ ਕੈਬਨਿਟ ਮੰਤਰੀ ਨਿਲ ਜੋਸ਼ੀ ਕਹਿੰਦਾ ਹੈ, ਅੰਮ੍ਰਿਤਸਰ ਸਾਹਿਬ ਵਾਲਾ, ਉਹ ਕਹਿੰਦਾ ਕਿਸਾਨ ਇਹਦੇ ਕਰਕੇ ਵੱਧ ਗੁੱਸੇ ਨੇ। ਕਹਿੰਦਾ ਇਹ ਗੱਲਾਂ ਹੀ ਇਹੀਆਂ ਕੀਤੀਆਂ ਨੇ, ਕਹਿੰਦਾ ਇਹਨੇ ਜਿਹੜੀਆਂ ਗੱਲਾਂ ਕਰਕੇ ਕਿਸਾਨ ਸਾਡੇ ਤੇ ਕਹਿੰਦਾ ਗੁੱਸੇ ਨੇ। ਕਹਿੰਦਾ ਬਿਨਾਂ ਸਿਕਿਉਰਿਟੀ ਤੋਂ ਇਹ ਪੰਜਾਬ ਦੇ ਪਿੰਡ 'ਚ ਜਾਵੇ ਕਿਸੇ, ਚੱਲ ਕਹਿੰਦਾ ਸਿਕਿਉਰਿਟੀ ਵੀ ਲੈ ਜੇ 5-7 ਬੰਦੇ, ਕਿਸੇ ਪੰਜਾਬ ਦੇ ਪਿੰਡ 'ਚ ਝੰਡਾ ਲੈ ਕੇ ਤੁਰ ਕੇ ਦਿਖਾ ਦੇ। ਇਹਨਾਂ ਦੀ ਪਾਰਟੀ ਦਾ ਕੈਬਨਿਟ ਮੰਤਰੀ ਰਿਹਾ ਬੰਦਾ, ਕਹਿੰਦਾ ਗਾ ਪਹਿਲਾਂ ਝੋਨਾ ਵਾਹਿਆ ਜੀ ਕਿਸਾਨਾਂ ਨੇ, ਔਰਤਾਂ ਨੇ ਜਾ ਕੇ ਵਾਹਿਆ, ਔਰ ਕੱਲਾ ਡਾਲ ਚੁੱਕ ਕੇ ਲਿਆ ਕੇ ਇਕੱਠਾ ਕਰਕੇ ਸੜਕ ਤੇ ਸਿੱਟਿਆ। ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲੇ ਨੇ ਗਰੇਵਾਲ ਸਾਹਿਬ, ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ, ਔਰ ਉੱਥੇ ਜਾ ਕੇ ਇਹਨਾਂ ਨੇ ਕਿਹਾ ਗਾ ਕਿ ਜੀ ਪੰਜਾਬ ਦਾ ਲਾਅ ਐਂਡ ਆਰਡਰ ਨਹੀਂ ਸਹੀ, ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਸਾਡੀ ਸੁਰੱਖਿਆ ਨਹੀਂ ਹੈ, ਫਸਲ ਉਜਾੜੀ ਗਈ ਆ। ਹੁਣ ਇਹ ਮਤਲਬ ਜਿਸ ਤਰੀਕੇ ਦੇ ਬਿਆਨ ਦਿੱਤੇ ਨੇ, ਜਿਸ ਤਰੀਕੇ ਦਾ, ਜੇ ਫਸਲਾਂ ਤਾਂ ਇਹਨਾਂ ਨੇ ਵੈਸੇ ਹੀ ਉਜਾੜ ਦੇਣੀਆਂ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਅਜਿਹੇ ਦੇ ਵਿੱਚ ਮਤਲਬ ਉਹਨਾਂ ਨੌਜਵਾਨਾਂ ਦੇ ਉੱਤੇ ਪਰਚਾ ਵੀ ਹੋਇਆ, ਕਿਸਾਨਾਂ ਦੇ ਉੱਤੇ ਬਹੁਤੇ ਅਜੇ ਤੱਕ, ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਵੀ ਵਿਅਕਤੀ ਦੇ ਖਿਲਾਫ। ਇਹ ਜ਼ਰੂਰ FIR ਜ਼ਰੂਰ ਹੋਈ ਆ, ਪਰ ਕਿਸੇ ਖਿਲਾਫ ਕੋਈ ਛਾਪੇਮਾਰੀ ਨਹੀਂ, ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ। ਔਰ ਦ੍ਰਿੜ ਨੇ ਔਰਤਾਂ ਵੀ ਕਿਸਾਨ ਵੀ, ਉਹ ਕਹਿੰਦੇ ਜੇ ਦੁਬਾਰੇ ਲਾਇਆ ਫਿਰ ਪੱਟ ਕੇ ਆਵਾਂਗੇ। ਔਰ ਪਿੰਡ 'ਚ ਜਦੋਂ ਪਹਿਲਾਂ ਕਿਹਾ ਹੋਇਆਗਾ, ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਗਿੱਲ ਸਾਹਿਬ ਕਿ ਦੇਖੋ ਜੀ ਉਹਦਾ ਠੇਕੇ ਤੇ ਲਿਆ ਹੋਇਆ ਸੀ, ਜਦੋਂ ਹੁਣ ਪਹਿਲਾਂ ਪਿੰਡ 'ਚ ਅਨਾਊਂਸਮੈਂਟ ਹੋਈ ਹੈ ਭਾਈ ਇਹ ਕੋਈ ਠੇਕੇ ਤੇ ਨਾ ਲਿਓ, ਕੋਈ ਵੀ ਇਸ ਜ਼ਮੀਨ ਦੇ ਵਿੱਚ ਪੈਰ ਨਾ ਪਾਇਓ, ਕੋਈ ਠੇਕੇ ਤੇ ਨਾ ਲਿਓ। ਜੇ ਫਿਰ ਵੀ ਕੋਈ ਆ ਕੇ ਠੇਕੇ ਤੇ ਲੈਂਦਾ ਗਾ ਤਾਂ ਫਿਰ ਇਹ ਤਾਂ ਲੈਣ ਵਾਲੇ ਦੀ ਗਲਤੀ ਹੈ, ਜਦੋਂ ਪਹਿਲਾਂ ਅਨਾਊਂਸਮੈਂਟ ਹੀ ਹੋਈ ਆ ਜੀ। ਧੰਨਵਾਦ ਜੀ, ਕੱਲ ਨੂੰ ਫੇਰ 9:15 ਵਜੇ ਗੱਲਬਾਤ ਹੋਏਗੀ। ਥੈਂਕ ਯੂ, ਸ਼ੁਕਰੀਆ। ਭਾਰਤ ਦੀ ਆਬਾਦੀ ਜਿਹੜੀ ਹੈ ਉਹ ਇੰਨੀ ਵੱਧ ਰਹੀ ਹੈ ਕਿ 2 ਸਾਲ ਤੱਕ ਚੀਨ ਨੂੰ ਉਹਨੇ ਪਿੱਛੇ ਛੱਡ ਦੇਣਾ। 1.5 ਅਰਬ 150 ਕਰੋੜ ਦੇ ਅੰਕੜੇ ਨੂੰ ਛੂਹ ਜਾਣਾ।
ਸਭ ਤੋਂ ਜੇ ਵੱਡਾ ਦੇਸ਼ ਹੈ ਆਬਾਦੀ ਦੇ ਹਿਸਾਬ ਨਾਲ ਹੋਏਗਾ, ਤੇ ਗੱਲ ਇਹ ਹੈ ਵੀ ਜ਼ਮੀਨ ਸਿਰਫ 2% ਦੀ ਹੈ ਤੇ ਦੁਨੀਆ ਦੀ 20% ਦੀ ਜਿਹੜੀ ਆਬਾਦੀ ਹੈ। ਰੋਟੀ, ਕੱਪੜਾ, ਮਕਾਨ, ਮੁੱਢਲੀਆਂ ਜਿਹੜੀਆਂ ਜ਼ਰੂਰਤਾਂ ਨੇ 40 ਸਾਲਾਂ 'ਚ ਚੀਨ ਪ੍ਰਤੀ ਵਿਅਕਤੀ ਆਮਦਨੀ ਹੈ ਜਿਹੜੀ ਉਹ 80 ਗੁਣਾ ਵੱਧ ਗਈ ਤੇ ਭਾਰਤ ਦੀ 7 ਗੁਣਾ ਵਧੀ ਹੈ। ਕਰੋੜਾਂ ਲੋਕ ਪੂਰੀ ਰੋਟੀ ਨਾ ਮਿਲਣ ਕਰਕੇ ਕੁਪੋਸ਼ਣ ਦੇ ਸ਼ਿਕਾਰ ਨੇ। ਭੁੱਖ ਦੇ ਹਿਸਾਬ ਨਾਲ ਦੁਨੀਆ 'ਚ ਭਾਰਤ ਦਾ ਸਥਾਨ 102ਵਾਂ ਹੈ ਤੇ ਰੁਜ਼ਗਾਰ ਨਹੀਂ, ਸਹੂਲਤਾਂ ਵੀ ਘਟ ਰਹੀਆਂ ਨੇ। ਆਬਾਦੀ ਬਹੁਤ ਜ਼ਿਆਦਾ ਹੈ, ਜੇ ਦੇਖਿਆ ਜਾਵੇ ਘਟੀ ਵੀ ਹੈ, ਪਰ ਘਟੀ ਕਿਹਨਾਂ ਦੀ ਆ? ਅਮੀਰਾਂ ਦੀ, ਜਿਨ੍ਹਾਂ ਨੇ ਇੱਕ ਬੱਚਾ 2 ਤੋਂ 1 ਕਰ ਦਿੱਤਾ। ਜਿਹੜੇ ਗਰੀਬ ਨੇ, ਅਨਪੜ੍ਹ ਨੇ, ਪਿੰਡਾਂ ਦੇ ਵਿੱਚ ਨੇ, ਗਰੀਬ ਮਿਹਨਤਕਸ਼ ਨੇ, ਉਹਨਾਂ ਦੇ ਜਵਾਕ ਜਿਹੜੇ ਨੇ ਉਹ ਨਹੀਂ ਰੁਕੇ। ਪੜ੍ਹਾਈ ਦੀ ਕਾਰਨ ਪਤਾ ਨਹੀਂ, ਤੇ ਇਹਨੂੰ ਹੁਣ ਸਹੀ ਕੀਤਾ ਜਾ ਸਕਦਾ। ਵਿਆਹ ਦੀ ਉਮਰ ਵਧਾਈ ਜਾਵੇ, ਔਰਤ ਦੀ ਸਿੱਖਿਆ ਹੋਵੇ ਤੇ ਪਰਿਵਾਰ ਨਿਯੋਜਨ ਦਾ ਜਿਹੜਾ ਸਿਸਟਮ ਉਹ ਵਰਤਿਆ ਜਾਵੇ ਤੇ ਬਹੁਤ ਵਧੀਆ ਹੋ ਸਕਦਾ। ਇਹ ਇੱਕ ਬਹੁਤ ਵੱਡਾ ਵਿਸ਼ਾ ਰਿਹਾ ਵੀ ਠੀਕ ਹੈ, ਜਿੱਥੇ ਬਹੁਤ ਗਿਣਤੀ ਹੈ, ਜ਼ਮੀਨਾਂ ਨਹੀਂ, ਪੈਸਾ ਧੇਲਾ ਹੈ ਨਹੀਂ, ਬਿਜਲੀ ਦਾ ਲਾਟੂ ਨਹੀਂ ਹਲੇ, ਉਹਨਾਂ ਨੇ ਤੇ ਕੰਟਰੋਲ ਉਹਨਾਂ ਨੂੰ ਵੇਖ ਕੇ ਚੰਗਾ ਭਲਾ ਪੰਜਾਬ ਦੇ ਵਿੱਚ ਰੋਟੀ ਖਾਂਦੇ ਪਰਿਵਾਰਾਂ ਨੇ ਗੱਲ ਇਹ ਕਰ ਦਿੱਤੀ ਕਿ ਜਵਾਕ ਜਿਹੜੇ ਨੇ ਹਮ ਦੋ ਹਮਾਰੇ ਦੋ ਦਾ ਐਡਾ ਚੱਕਰ ਪਿਆ, 2 ਚੋਂ 1 ਰਹਿ ਗਈ। ਇੱਕ ਸਕੂਲ ਆਫ ਥਾਟ ਇਹ ਵੀ ਹੈ, ਬੜੇ ਸਿਆਣੇ ਜਿਹੜੇ ਸੱਜਣ ਕਮਿਊਨਿਟੀ 'ਚ ਐਸਟੈਬਲਿਸ਼ ਨੇ, ਉਹ ਕਹਿੰਦੇ ਯਾਰ ਜਵਾਕ ਜਿਹੜਾ ਮੁੰਡਾ 1 ਹੋਵੇ ਬਸ, ਕੁੜੀ 1 ਹੋਵੇ, 2 ਬੱਚੇ ਹੋਣ। 2 ਮੁੰਡੇ ਪਾਲਣੇ ਅੱਜ ਦੇ ਸਮੇਂ ਦੇ ਵਿੱਚ ਟ੍ਰੇਨ ਕਰਨੇ ਬਹੁਤ ਕੰਮ ਹੈ, ਤੇ 2 ਧੀਆਂ ਹੋਣ ਬਰਾਬਰ ਦੀਆਂ, ਉਹਨਾਂ ਨੂੰ ਇਹ ਨਹੀਂ, ਬਾਕੀ ਤਾਂ ਹੈ ਦਾਤੇ ਦੀ ਗੱਲ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿਸੇ ਦੇ 2 ਮੁੰਡੇ ਨੇ ਜਾਂ 2 ਕੁੜੀਆਂ ਨੇ, ਪਰ ਇਹ ਸੋਚਣੀ ਹੈ ਇੱਕ। ਦੂਜੇ ਬੰਨੇ ਕੌਮ ਦੀ ਗਿਣਤੀ ਆ ਜਿਹੜੀ, ਉਹਦੀ ਗੱਲ ਜੇ ਕਰੀਏ ਉਹਦੇ ਹਿਸਾਬ ਨਾਲ ਤੁਸੀਂ ਘਟ ਰਹੇ ਹੋ। ਅੱਛਾ, ਉਹੀ ਪੜ੍ਹੇ ਲਿਖੇ ਕਹਿੰਦੇ ਵੱਧ ਸਿਰਾਂ ਦੀ ਨਹੀਂ ਲੋੜ, ਖੋਪੜਾਂ ਦੀ ਨਹੀਂ ਲੋੜ, ਸਿਰਾਂ ਦੀ ਲੋੜ ਹੈ, ਸਿਆਣਪ ਦੀ ਲੋੜ। ਗਦਾਫੀ ਕਹਿੰਦਾ ਸੀ ਯੂਰਪ ਦੇ ਵਿੱਚ ਆਪਣੇ ਧਰਮ ਨੂੰ, ਮੁਸਲਿਮ ਲੋਕਾਂ ਨੂੰ ਕਿ ਲੜਾਈ ਨਾ ਕਰੋ, ਧੱਕਾ ਨਾ ਕਰੋ, ਗਰਨੇਡ ਨਾ ਸਿੱਟੋ, ਬੰਬ ਨਾ ਬਣਾਓ, ਜਵਾਕ ਪੈਦਾ ਕਰੋ, ਮੈਜੋਰਿਟੀ 'ਚ ਹੋਵੋ, ਮੈਜੋਰਿਟੀ 'ਚ ਹੋ ਕੇ ਤੁਸੀਂ ਟੇਕ ਓਵਰ ਕਰੋਗੇ। ਕੀ ਮੈਜੋਰਿਟੀ 'ਚ ਹੋ ਕੇ ਤੁਸੀਂ ਗੁਲਾਮੀ 'ਚੋਂ ਨਿਕਲ ਜਾਓਗੇ? ਨੋ, ਇਹ ਨਹੀਂ ਹੈ ਗੱਲ। ਇੱਕ ਘਰ ਦਾ 1 ਜਵਾਕ ਹੈ, ਉਹ ਅਮਰੀਕਾ ਦਾ ਰਾਸ਼ਟਰਪਤੀ ਹੈ, ਉੱਥੇ 100 ਪਰਿਵਾਰ ਹੈ ਜਿਨ੍ਹਾਂ ਦੇ 10-10 ਜਵਾਕ ਨੇ, ਉਹ ਕੀ ਕਰ ਲੂ? ਉਹਨੂੰ ਕੱਖ ਨਹੀਂ ਕਰ ਸਕਦਾ। ਹਾਂ, ਅਫਗਾਨਿਸਤਾਨ ਵਰਗੀ ਜਗ੍ਹਾ ਦੇ ਵਿੱਚ ਜਿੱਥੇ ਗਲ 'ਚ ਕਲਾਸ਼ਨੀਕੋਵ ਪਾਏ ਨੇ, ਉੱਥੇ ਜ਼ਰੂਰਤ ਹੈ ਬਈ ਤਾਲਿਬਾਨ ਤੁਰੇ ਫਿਰਦੇ ਨੇ ਤੇ ਉਹਨਾਂ ਦੇ ਨਾਲ ਹੋਰ ਚਾਹੀਦੇ ਨੇ। 80,000 ਹੈ, ਜੇ 1,80,000 ਹੋਵੇ ਕਾਬਲ 'ਚ ਜਾ ਬਣਨਗੇ। ਹੁਣ ਵੀ ਜਾ ਬਣਨਾ, 6 ਮਹੀਨੇ ਦਾ ਕੰਮ ਹੈ, ਉੱਥੇ ਹੀ ਆ ਜਾਣਾ। ਜਿਹੜਾ 1994 ਵਾਲਾ ਸਮਾਂ ਜਿਹੜਾ ਹੈ, ਉੱਥੇ ਹੀ ਆ ਜਾਣਾ। ਫਿਰ ਕਾਬਲ ਦੇ ਵਿੱਚ ਉਸ ਤਰ੍ਹਾਂ ਹੀ ਫਿਰਨਗੇ, ਉਸ ਤਰ੍ਹਾਂ ਹੀ ਸ਼ਰੀਆ ਦਾ ਲਾ ਹੋਏਗਾ। ਹੁਣ ਕੀ ਪਤਾ ਬਦਲ ਦੇਣ ਥੋੜ੍ਹਾ ਬਹੁਤ, ਪਰ ਤਿਆਰੀ ਹੈ। ਤੁਸੀਂ ਦੇਖਿਓ ਬਈ ਕਿੱਥੋਂ ਕਿੱਥੇ ਗੱਲ ਖੜ ਗਈ ਆ ਕੇ। ਫਿਰ 20 ਸਾਲ ਕਾਹਦੇ ਲਈ 2 ਲੱਖ 1.5 ਲੱਖ ਬੰਦਾ ਮਰਵਾ ਲਿਆ, 60,000 ਦੇ ਕਰੀਬ ਸਿਵਲੀਅਨ ਮਰ ਗਏ, 40,000 ਅਫਗਾਨ ਫੋਰਸਿਸ ਮਰ ਗਏ, 4-5 ਹਜ਼ਾਰ ਬਾਹਰਲੇ ਇੰਟਰਨੈਸ਼ਨਲ ਜਿਹੜੇ ਸੋਲਜਰ ਗਏ ਸੀ ਉਹ ਮਰ ਗਏ, ਤੇ 0 ਉੱਥੇ ਹੀ ਛੱਡ ਕੇ ਫੇਰ ਆ ਗਏ। ਕੀ ਕਰਕੇ ਆਏ ਨੇ? ਸਮਝ ਨਹੀਂ ਆਉਂਦੀ। ਸੋ ਗਿਣਤੀ ਦੇ ਹਿਸਾਬ ਦੇ ਨਾਲ ਭਾਰਤ ਜਿਹੜਾ ਹੈ ਉੱਪਰਲੇ ਬੰਨੇ ਪਹੁੰਚ ਰਿਹਾ। ਦੂਸਰੀ ਗੱਲ, ਸਿਸਟਮ ਕਿਵੇਂ ਆਪਰੇਟ ਕਰਦਾ ਹੈ। ਤੁਸੀਂ ਇਹ ਦੇਖੋ ਬਈ, ਜਿਨ੍ਹਾਂ ਦੀ ਨਸਲਕੁਸ਼ੀ, ਜਿਨ੍ਹਾਂ ਦੀ ਜੈਨੋਸਾਈਡ ਕਿਸੇ ਮਿਨੋਰਿਟੀ ਦੀ ਦੁਨੀਆ ਦੇ ਵਿੱਚ ਹੋਣੀ ਆ, ਇੱਕੋ ਹੀ ਮਾਡਲ ਕੰਮ ਕਰਦਾ। ਉਹਨਾਂ ਦਾ ਜੈਨੋਸਾਈਡ ਕਰਨ ਦੇ ਲਈ ਉਹਨਾਂ ਦੇ ਵਿੱਚੋਂ ਇੱਕ ਸੂਬੇਦਾਰ ਬਣਾਇਆ ਜਾਂਦਾ ਹੈ। ਹਿਟਲਰ ਕਹਿੰਦਾ ਸੀ ਵੀ ਬੰਦੇ ਜਿਹੜੇ ਨੇ ਸ਼ਾਸਕ ਜਿਨ੍ਹਾਂ ਤੇ ਬਣਨਾ, ਗੁਲਾਮ ਕੌਮਾਂ ਦੇ ਵਿੱਚੋਂ ਹੀ ਸੂਬੇਦਾਰ ਕੱਢ ਕੇ ਦੇ ਦਿਓ, ਉਹਨੂੰ ਤਾਂ ਛਾਂਟਾ ਫੜਾ ਦਿਓ, ਉਹਨਾਂ ਨੂੰ ਚੰਮ ਲਾ ਦਿਓ ਫੜ ਕੇ। ਤੇ ਦੂਜਾ ਉਹ ਕਹਿੰਦਾ ਵੀ ਜ਼ੁਲਮ ਜਦ ਕਰਦੇ ਹੋ, ਕਹਿੰਦੇ ਇੱਕ ਵਾਰ ਆਪਣੇ ਅਫਸਰਾਂ ਦੇ ਵਿੱਚ ਬੈਠਾ ਆ ਕੇ ਮੁਰਗਾ ਫੜ ਲਿਆਇਆ ਆਪ ਇੱਕ,
ਮੁਰਗੇ ਦੇ ਜਿਉਂਦੇ ਦੇ ਖੰਭ ਪੱਟ ਤੇ ਲਹੂ ਲਹਾਨ ਮੁਰਗਾ ਜਿਹੜਾ ਹੈ ਉਹ ਫਰਸ਼ ਤੇ ਸਿੱਟ ਦਿੱਤਾ। ਫਰਸ਼ ਤੇ ਸਿੱਟਦਾ, ਬਲੀਡਿੰਗ ਹੋ ਰਹੀ ਹੈ। ਉਹਦੇ ਬਾਅਦ ਫਿਰ ਮੱਕੀ ਦੇ ਦਾਣੇ ਸਿੱਟੇ ਉਹਨੂੰ, ਮੱਕੀ ਦੇ ਦਾਣੇ ਸੁੱਟੇ ਤੇ ਜਿੱਧਰ ਨੂੰ ਹਿਟਲਰ ਜਾਵੇ ਤੇ ਉਹ ਪਿੱਛੇ ਤੁਰ ਜਾਵੇ। ਮੁੜ ਕੇ ਹਿਟਲਰ ਦੇ ਪੈਰਾਂ ਤੇ ਉਹਨੇ ਆਪਣੇ ਮੱਕੀ ਦੇ ਦਾਣੇ ਸਿੱਟੇ ਤੇ ਮੁਰਗਾ ਪੈਰਾਂ ਤੇ ਚੜ੍ਹ ਗਿਆ। ਲੋਕਾਂ ਨੂੰ ਕਹਿੰਦਾ ਜਿੰਨਾ ਛੁਲਕੋਗੇ, ਲੋਕਾਂ ਨੂੰ ਛੁਲਕਣ ਤੋਂ ਬਾਅਦ, ਕੁੱਟਣ ਤੋਂ ਬਾਅਦ, ਜ਼ਰਖਲੇ ਕਰਨ ਤੋਂ ਬਾਅਦ ਫਿਰ ਆਟਾ ਦਾਲ ਸਕੀਮ ਦੇ ਦਿਓ, ਫ੍ਰੀ ਬਿਜਲੀ ਦੇ ਦਿਓ, ਮੁੱਠੀ ਕਣਕ ਦੀ ਦੇ ਦਿਓ, ਬਸ ਫਿਰ ਤੁਹਾਡੇ ਪਿੱਛੇ ਆਉਣਗੇ। ਹੁਣ ਕੀ ਕੀਤਾ? ਤਿਆਰੀਆਂ ਨੇ ਇਲੈਕਸ਼ਨ ਦੀਆਂ। ਬਹੁਤ ਵੱਡੀ ਇੱਕ ਮੁਸ਼ਕਲ ਦੇ ਵਿੱਚ ਸੀ ਟਰੂਡੋ ਸਰਕਾਰ। ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ ਨਾ ਬਈ ਲਿਬਰਲ ਸਰਕਾਰ ਸੀ ਜਦ ਰੈਜ਼ੀਡੈਂਸ਼ੀਅਲ ਸਕੂਲ ਕੈਮਲੂਪਸ ਵਾਲਾ ਬੰਦ ਹੋਇਆ ਅਤੇ ਕਰੈਚੈ ਇੰਡੀਅਨ ਅਫੇਅਰਸ ਦਾ ਮਿਨਿਸਟਰ ਸੀ 68 ਤੋਂ ਲੈ ਕੇ। ਕਿਸੇ ਨੇ ਗੱਲ ਨਹੀਂ ਕੀਤੀ, ਕਿਸੇ ਮੀਡੀਏ ਨੇ ਗੱਲ ਨਹੀਂ ਕੀਤੀ, ਪਾਰਟੀ ਦੀ ਗੱਲ ਨਹੀਂ ਕੀਤੀ। ਜਸਟਿਨ ਟਰੂਡੋ ਦੇ ਪਿਤਾ ਦੀ ਗੱਲ ਕਿ ਉਹਦੇ ਹੁੰਦੇ ਹੋਏ ਜਦ ਉਹ ਵਾਈਟ ਪੇਪਰ ਲੈ ਕੇ ਕਹਿੰਦਾ ਅਬੋਲਿਸ਼ ਕਰ ਦਿਓ ਸਾਰੀਆਂ ਇਹਦੀਆਂ ਟਰੀਟੀਆਂ ਟਰੂਟੀਆਂ, ਕੈਨੇਡੀਅਨ ਬਣਾ ਦਿਓ, ਕੋਈ ਨਹੀਂ ਗੱਲ ਕਰ ਰਿਹਾ। ਹੁਣ ਜਸਟਿਨ ਟਰੂਡੋ ਨੇ ਕੀ ਕੀਤਾ? ਇੱਕ ਤਾਂ ਹੁਣ ਚਿਹਰਾ ਮੂਹਰਾ ਵੇਖਿਓ ਸ਼ੇਵ ਕਰ ਲਈ ਅਤੇ ਹੁਣ ਉਹ ਜਿਹੜਾ ਇਲੈਕਸ਼ਨ ਮੋਡ ਦੇ ਵਿੱਚ ਹੈ। ਤੁਹਾਡੇ ਸਾਹਮਣੇ ਮਹੀਨਾ ਨਹੀਂ ਪੈਣਾ, ਅਗਲੇ ਮਹੀਨੇ ਕਿਤੇ ਸਮੇਂ ਡਿਕਲੇਅਰ ਹੋ ਸਕਦੇ, ਸਤੰਬਰ 'ਚ ਇਲੈਕਸ਼ਨ ਹੋ ਜਾਣੀ ਹੈ। ਹੁਣ ਕੀ ਕੀਤਾ? ਮੂਲ ਵਾਸਣ ਇੱਕ ਮੈਰੀ ਸਿਮਨ, ਉਸ ਨੂੰ ਗਵਰਨਰ ਜਨਰਲ ਬਣਾ ਦਿੱਤਾ। ਦੇਖੋ ਹੁਣ ਕਹਾਣੀ ਕੀ ਹੈ। ਹੈਡ ਆਫ ਸਟੇਟ ਜਿਹੜੀ ਰਾਣੀ ਹੈ, ਰਾਣੀ ਦੀ ਸਟੇਟ ਦੇ ਵਿੱਚ, ਰਾਣੀ ਦੇ ਦੇਸ਼ 'ਚੋਂ ਆਏ ਜਿਹੜੇ ਇਨਵੇਡਰਸ ਨੇ ਆ ਕੇ ਜ਼ੁਲਮ ਕੀਤਾ। ਫਰਾਂਸ ਵਾਲੇ ਤਾਂ ਕਿਊਬੈਕ ਵਾਲੇ ਪਾਸੇ ਰਹਿ ਗਏ, ਬਾਕੀ ਦੇ ਵਿੱਚ ਤਾਂ ਇਹੀ ਨੇ, ਬ੍ਰਿਟਿਸ਼ ਕੋਲੰਬੀਆ, ਵੈਨਕੂਵਰ, ਇਹ ਤੇ ਉਹ ਇਹਨਾਂ ਦੇ ਨਾਂ ਨੇ, ਵਿਕਟੋਰੀਆ। ਅਤੇ ਉੱਧਰ ਤਾਂ ਲੈ ਰਹੀਆਂ ਨੇ ਮਲਕਾਂ ਦੀਆਂ ਜਿਹੜੀਆਂ ਬੁੱਤ, ਅਤੇ ਹੈੱਡ ਆਫ ਸਟੇਟ ਜਿਹਦੀ ਹੈੱਡ ਸਟੇਟ ਦੇ ਵਿੱਚ ਜ਼ੁਲਮ ਹੋਇਆ, ਉਸੇ ਹੈੱਡ ਆਫ ਸਟੇਟ ਦੀ ਰਿਪਰੈਜ਼ੈਂਟੇਟਿਵ ਉਸੇ ਕਮਿਊਨਿਟੀ 'ਚੋਂ ਬਣਾ ਕੇ ਲੋਕਾਂ ਨੂੰ ਇਹ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਕੀ ਕਰ ਲਏਗੀ ਗਵਰਨਰ ਜਨਰਲ, ਕੀ ਆ ਗਵਰਨਰ ਜਨਰਲ ਦੇ ਕੋਲ? ਗਵਰਨਰ ਜਨਰਲ ਨੂੰ ਇੱਕ ਪੇਪਰ ਦਿੱਤਾ ਜਾਂਦਾ ਹੈ, ਥਰੋਨ ਸਪੀਚ, ਜਿਹੜੀ ਸ਼ਾਹੀ ਮਹਿਲਾਂ ਦੇ ਫਰਮਾਨ ਨੇ, ਦੇ ਦਿੰਦੀ ਆ ਸਰਕਾਰ, ਤੇ ਪੜ੍ਹ ਜਾਂਦੇ ਨੇ, ਆ ਚੱਕ ਪੱਤੇ, ਆ ਚੱਕ ਗੱਡੀ, ਆ ਚੱਕ ਕੋਟ, ਤੇ ਆ ਤੇਰੇ ਇਹ ਤੇ ਬੋ, ਜਿੱਧਰ ਨੂੰ ਜਾਣਾ ਤੇ ਤੁਰ ਫਿਰ, ਤੇ ਆ ਤੇਰੇ ਪੱਤੇ ਨੇ, ਰਹਿ ਇੱਥੇ ਹਾਲ ਦੇ ਵਿੱਚ, ਰੇਡੀਓ ਹਾਲ ਦੇ ਵਿੱਚ ਰਹਿ। ਕੀ ਕਰੇਗੀ ਗਵਰਨਰ ਜਨਰਲ? ਕਿਹੜੀ ਗਵਰਨਰ ਜਨਰਲ ਦੇ ਕੋਲ ਪਾਵਰ ਆ ਜਿਹੜੀ ਇੰਡੀਜਨਸ ਲੋਕਾਂ ਨੂੰ ਰਿਜ਼ਰਵ ਦੇ ਵਿੱਚ ਪਾਣੀ ਮੁਹੱਈਆ ਕਰਾ ਦੇਗੀ? ਕੀ ਆ ਉਹਦੇ ਕੋਲ ਜਿਹੜੀ ਮਿਸਿੰਗ ਐਂਡ ਮਰਡਰਡ ਵੂਮਨ ਦੇ ਲਈ ਕੁਛ ਕਰ ਲੂ? ਕੀ ਰੀਕਨਸੀਲੀਏਸ਼ਨ ਲਈ ਕਰ ਲੇਗੀ? ਕੱਖ ਨਹੀਂ। ਗਵਰਨਰ ਜਨਰਲ ਕੋਲ ਕੀ ਹੈ? ਲੈਫਟੀਨੈਂਟ ਗਵਰਨਰ ਤੁਹਾਡੇ ਸੂਬੇ 'ਚ ਬੈਠਾ, ਤਨਖਾਹ, ਪੋਲੀਟੀਕਲ ਜਿਹੜੀਆਂ ਪੋਸਟ ਨੇ, ਇਹ ਵੀ ਪੋਲੀਟੀਕਲ ਪੋਸਟ ਹੈ। ਇਹ 'ਚੋਂ ਕੀ ਸੁਨੇਹਾ, ਕੀ ਕਰਨਾ ਚਾਹੁੰਦੀ ਹੈ ਲਿਬਰਲ ਸਰਕਾਰ ਇਹਦੇ ਵਿੱਚੋਂ? ਕੀ ਗਵਰਨਰ ਜਨਰਲ ਲੋਕਾਂ ਲਈ ਕੀ ਕਰ? ਸਿੰਬੋਲਿਕ, ਜਿਵੇਂ ਪੰਜਾਬ ਨੂੰ ਵੱਢਣ ਲਈ ਪੰਜਾਬ ਦੇ ਵਿੱਚੋਂ ਹੀ, ਕੌਮ ਦੇ ਵਿੱਚੋਂ ਹੀ ਸੂਬੇਦਾਰ ਲਾਇਆ। ਸੋ ਇਸੇ ਤਰ੍ਹਾਂ ਹੀ ਇਹ ਗਵਰਨਰ ਜਨਰਲ ਹੈ ਜਿਹੜੀ ਕੀ ਕਰੇਗੀ? ਗਵਰਨਰ ਜਨਰਲ ਕਿਹੜਾ ਗਵਰਨਰ ਜਨਰਲ ਕੋਲ ਜਿਹੜਾ ਅਖਤਿਆਰ ਹੈ? ਕੀ ਉਹ ਚੇਂਜਸ ਕਰ ਲੂ? ਕੀ ਪਾਲਿਸੀਜ਼ ਕਰ ਲੂ? ਕੁਛ ਵੀ ਨਹੀਂ ਹੈ ਉਹਦੇ ਕੋਲ। ਹਾਂ, ਪਰ ਹੁਣ ਇਹ ਆ ਵੀ ਗਰਦ ਇੰਨੀ ਉੱਡਣੀ ਸੀ ਆਉਣ ਵਾਲੇ 2 ਮਹੀਨੇ, 5-4 ਜਿਹੜੀਆਂ ਸਾਈਟਸ ਹੋਰ ਲੱਭ ਜਾਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਘੱਟੇ 'ਚ ਨਾ ਪੈ ਜਾਵੇ, ਘੱਟੇ 'ਚ ਪੈਣੀ ਨਹੀਂ, ਕਿਉਂਕਿ ਉਹ ਜਿਹੜੇ ਲੋਕ ਉੱਜੜੇ ਹੁੰਦੇ ਨੇ ਉਹਨਾਂ ਦੇ ਹਾਂ ਦਾ ਨਾਰਾ ਮਾਰਨ ਵਾਲੇ ਤਾਂ ਬਹੁਤ ਘੱਟ ਹੁੰਦੇ ਨੇ। ਜਿਹੜੇ ਇਹਨਾਂ 'ਚੋਂ ਆਟਵਾ ਚੱਲ ਗਏ, ਤੁਹਾਨੂੰ ਯਾਦ ਹੈ ਚੀਫ ਵਿਲ ਵਿਲਸਨ ਨੇ ਕੀ ਕਿਹਾ ਸੀ ਆਪਣੇ ਪ੍ਰੋਗਰਾਮ 'ਚ? ਉਹ ਕਹਿੰਦਾ ਜਿੰਨੇ ਗਏ ਹੋਏ ਨੇ ਜਿਹੜੇ ਨੇਸ਼ਨ ਦੀ, ਫਸਟ ਨੇਸ਼ਨ ਦੀ ਅਸੈਂਬਲੀ ਦੇ ਚੀਫ ਨੇ, ਚੀਫ ਜੇ ਹੈ ਉਹ ਹੈ, ਜਦ ਇਹਨਾਂ ਨੂੰ ਆਟਵਾ ਦੇ ਵਿੱਚ ਪੱਥਰਾਂ ਵਾਲੇ ਘਰਾਂ 'ਚ ਬਾਲ ਲੈਂਦੇ ਨੇ, ਫਿਰ ਉਹ ਇਹਨਾਂ ਦੀ ਗੱਲ ਕਰਦੇ ਨੇ ਜਿਹੜੇ ਉਹਨਾਂ ਨੂੰ ਪੱਤੇ ਦਿੰਦੇ ਆ। ਸੋ ਇਸੇ ਤਰ੍ਹਾਂ ਹੀ ਗਵਰਨਰ ਜਨਰਲ ਇਸ ਨੂੰ ਇਨੋਕ ਲੀਡਰ ਇੱਕ ਆ ਜਿਹੜੀ ਮੈਰੀ ਸਿਮਨ, ਉਹਨੂੰ ਲਾ ਦਿੱਤਾ, ਕਿਉਂਕਿ ਇਹ ਗਰਦ ਜਿਹੜੀ ਗਰਮੈਸ਼ ਉੱਡਣੀ ਬਹੁਤ ਸੀ, ਹਲੇ ਵੀ ਉੱਡੇਗੀ, ਪਰ ਲੋਕਾਂ ਦਾ, ਪੋਲੀਟੀਕਲ ਪਾਰਟੀਆਂ ਦਾ, ਕੈਨੇਡੀਅਨ ਲੋਕਾਂ ਲਈ ਇੱਕ ਜੈਸਚਰ ਹੈ ਇਹ, ਬਸ ਜਿਵੇਂ ਮੂੰਹ ਜਿਹਾ ਮੀਚ ਕੇ ਸਮਾਈਲ ਦਿੰਦੇ ਆ ਨਾ, ਬਸ ਇਹ ਹੈ, ਲਓ ਜੀ ਆ ਤੁਹਾਨੂੰ। ਇਹ ਬੀਬੀ ਪਹਿਲਾਂ ਹੀ ਆਟਵਾ ਦੇ ਵਿੱਚ ਚਿਰਾਂ ਦੀ, ਅਤੇ ਆਰਟਿਕ ਅੰਬੈਸਡਰ ਰਹੀ 2002 ਦੇ ਵਿੱਚ, ਅਤੇ ਇਨੋਵੇਟ
ਜਿਹੜੀ ਪ੍ਰੈਜ਼ੀਡੈਂਟ ਰਹੀ, ਜਿਹੜੀ ਇਹਨਾਂ ਦੀ ਵੱਡੀ ਕੌਂਸਲ ਹੈ, ਕਨਟਮੀ ਉਸ ਨੂੰ ਕਹਿੰਦੇ ਨੇ। ਸੋ ਇਹਦੇ ਨਾਲ ਸਾਰਾ ਕੁਝ ਬਦਲਣ ਦੀ ਕੋਸ਼ਿਸ਼ ਕੀਤੀ। ਤਾਲਿਬਾਨਾਂ ਦੀ ਗੱਲ ਕਰ ਜਾਈਏ ਖਬਰਾਂ ਤੋਂ ਪਹਿਲਾਂ, 1980 'ਚ ਸੋਵੀਅਤ ਯੂਨੀਅਨ ਬਣਦਾ ਹੈ, ਅਫਗਾਨਿਸਤਾਨ 'ਚ ਮੁਜਾਹਿਦੀਨ ਆਉਂਦੇ ਨੇ, ਮੁਜਾਹਿਦੀਨ ਦੀ ਮਦਦ CIA ਕਰਦਾ ਹੈ। ਉਹੀ ਸਮਾਂ ਜਦ ਲਾਦੇਨ ਉੱਥੇ ਜਾਂਦਾ ਹੈ। 99 'ਚ ਸੋਵੀਅਤ ਯੂਨੀਅਨ ਵਾਪਸ ਮੁੜਦੇ ਆ ਅਤੇ 92 ਦੇ ਵਿੱਚ ਜਿਹੜੀ ਹੈ 99 ਦੇ ਵਿੱਚ ਜਿਉਂ ਲੜਾਈਆਂ ਸ਼ੁਰੂ ਹੁੰਦੀਆਂ ਨੇ ਆਪਸ ਵਿੱਚ, ਫਿਰ ਅਸਲਾ ਬਹੁਤ ਆ ਜਾਂਦਾ ਹੈ ਅਤੇ ਖਾਨਾ ਜੰਗੀ ਸ਼ੁਰੂ ਹੋ ਜਾਂਦੀ ਹੈ। 92 ਦੇ ਵਿੱਚ ਜਿਹੜੇ ਨੇ ਤਾਲਿਬਾਨ ਜਿਹੜੇ ਬਣਦੇ ਆ, ਜਿਨ੍ਹਾਂ ਨੇ ਆਪਣੇ ਤੌਰ 'ਤੇ ਸੋਚਿਆ ਵੀ ਇਸਲਾਮਿਕ ਦੇਸ਼ ਬਣਾਉਣਾ। 94 ਦੇ ਵਿੱਚ ਸ਼ੁਰੂ ਹੁੰਦੇ ਆ ਕਾਬਲ ਵਾਲੇ ਪਾਸੇ ਨੂੰ, ਅਤੇ ਕਾਬਲ ਜਾ ਵੜਦੇ ਆ। ਕਾਬਲ ਸਾਰੇ ਅਫਗਾਨਿਸਤਾਨ ਦੇ ਵਿੱਚ ਰਾਜ ਹੈ। 2001 ਦੇ ਵਿੱਚ ਜਦ ਸਤੰਬਰ 11 ਹੁੰਦਾ, ਲਾਦੇਨ ਨੂੰ ਦੇਣ ਲਈ ਬੁਸ਼ ਕਹਿੰਦਾ ਵੀ ਨਹੀਂ, ਜੇ ਲਾਦੇਨ ਨੂੰ ਦੇਣਾ ਤਾਂ ਤਿਆਰ ਹੋ ਜਾਓ। ਹਮਲਾ ਹੁੰਦਾ। 20 ਸਾਲ ਪੂਰੇ ਬੈਗਰਾਮ ਜਿਹੜਾ ਨਰਵ ਸੈਂਟਰ ਬਣਾ ਦਿੱਤਾ ਹੈ ਏਅਰਫੋਰਸ ਦਾ ਸਟੇਸ਼ਨ ਕਾਬਲ ਦੇ ਵਿੱਚ, ਉੱਥੇ ਹੀ ਸਾਰੀਆਂ ਫੋਰਸਿਸ ਨੇ। 1.25 ਲੱਖ ਦੇ ਕਰੀਬ ਬੰਦਾ ਮਰ ਗਿਆ, ਜਿਸ 'ਚ ਫੋਰਸਿਸ ਅਤੇ ਅਫਗਾਨੀ ਲੋਕ। 20 ਸਾਲਾਂ ਬਾਅਦ $1 ਟ੍ਰਿਲੀਅਨ ਖਰਚ ਕੇ, $850 ਬਿਲੀਅਨ ਖਰਚ ਕੇ ਫੌਜਾਂ ਨਿਕਲ ਗਈਆਂ, ਅਤੇ ਉੱਧਰ ਤਾਲਿਬਾਨ ਨੇ ਜਿਹੜਾ ਜ਼ੋਰ ਫੜ ਲਿਆ। ਤਾਲਿਬਾਨ ਨੇ ਤਾਜ਼ਿਕਸਤਾਨ ਦਾ ਜਿਹੜਾ ਬਾਰਡਰ ਹੈ ਉਹ ਕੰਟਰੋਲ ਕਰ ਲਿਆ। ਹੁਣ ਕਾਬਲ ਦੀ ਤਿਆਰੀ ਹੈ। ਗਜ਼ਨੀ ਜਿਹੜਾ ਉਹ ਗਜ਼ਨੀ ਨੂੰ ਕੰਟਰੋਲ ਕਰ ਲਿਆ। ਕੰਧਾਰ ਤੋਂ ਕਾਬਲ ਦੀ ਜਿਹੜੀ ਸੜਕ ਆ ਉਹ ਤੇ ਗਜ਼ਨੀ ਹੈ। ਅੱਛਾ, ਹੁਣ ਲੋਕ ਤਿਆਰ ਹੋ ਰਹੇ ਨੇ ਤਾਲਿਬਾਨਾਂ ਨਾਲ ਲੜਨ ਲਈ। ਮਲੇਸ਼ੀਆ ਜਿਹੜੀ ਸ਼ਹਿਰ ਦੇ ਪਿੰਡਾਂ ਦੇ ਨੇ ਲੋਕ ਇਕੱਠੇ ਹੋ ਰਹੇ ਨੇ। ਬਲਖ ਇੱਕ ਸੂਬਾ ਹੈ, ਬਲਖ ਦੇ ਵਿੱਚ ਮਜ਼ਾਰ ਸ਼ਰੀਫ ਜਿਹੜਾ ਹੈ, ਉਸ ਏਰੀਏ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ। ਪਰ ਨਹੀਂ ਹੋਣਾ, ਜਿਹੜਾ ਕੰਟਰੋਲ ਨਹੀਂ ਹੋਣਾ। $1.5 ਅਰਬ ਸਾਲਾਨਾ ਕਮਾਈ ਹੈ ਤਾਲਿਬਾਨ ਨੂੰ, 1.5 ਬਿਲੀਅਨ, ਜਿਹਦੇ 'ਚੋਂ ਅੱਧਾ ਅਰਬ ਸਿਰਫ ਅਤੇ ਸਿਰਫ ਡਰੱਗਸ ਦੇ ਵਿੱਚੋਂ, ਓਪੀਅਮ ਦੇ ਵਿੱਚੋਂ। ਉਹਦੇ ਬਾਅਦ ਘੱਟੋ ਘੱਟ 300 ਤੋਂ 400 ਮਿਲੀਅਨ ਨੈਚੁਰਲ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਵੇਚ ਕੇ। ਉਹਦੇ ਬਾਅਦ ਟੈਕਸ ਦਾ ਸਿਸਟਮ ਹੈ। ਮਤਲਬ ਕੁਝ ਮਹੀਨੇ ਨੇ ਜਦ ਉਹਨਾਂ ਨੇ ਹੁਣ ਕਾਬਲ 'ਚ ਬਣਨਾ ਜਾ ਕੇ। ਵਾਟ ਇਜ਼ ਨੈਕਸਟ ਕੀ ਹੈ ਫਿਰ? ਕਮਾਲ ਹੋ ਗਈ। ਮਤਲਬ ਜਿਹੜੀ ਮਤਲਬ ਕੀ 20 ਸਾਲ ਬਾਅਦ ਕੀ ਵੈਸਟ ਕੀ ਕਰਨਾ ਚਾਹੁੰਦਾ ਹੈ? ਸੜਕਾਂ ਜਿਹੜਾ ਉਸ ਜਗ੍ਹਾ ਦੀਆਂ ਕੰਟਰੋਲ ਕਰਦਾ ਹੈ, ਉਸੇ ਜਿਹੜੀਆਂ ਜਿਹੜਾ ਸੜਕਾਂ ਅਫਗਾਨਿਸਤਾਨ ਦੀਆਂ ਕੰਟਰੋਲ ਕਰਦਾ ਹੈ, ਉਹ ਮਾਲਕ ਹੈ ਉੱਥੇ ਦਾ। ਸੋ ਜਦ ਹੁਣ ਬਾਰਡਰ ਇੱਕ ਕੰਟਰੋਲ ਕਰ ਲਿਆ, ਬਾਰਡਰ ਜਿਹੜਾ ਹੈ ਤਾਜਿਕਸਤਾਨ ਦਾ, ਉਹ ਮੇਨ ਬਾਰਡਰ ਹੈ ਜਿਹਦੇ ਤੋਂ ਏਸ਼ੀਆ ਨਾਲ ਅਫਗਾਨਿਸਤਾਨ ਨੇ ਜੁੜਨਾ। ਉਹਦੇ 'ਤੇ ਕੰਟਰੋਲ ਹੈ। ਗਜ਼ਨੀ ਕੰਟਰੋਲ ਹੈ, ਅਤੇ ਆਲਮੋਸਟ ਚੌਥਾ ਹਿੱਸਾ ਤਾਲਿਬਾਨ ਕੰਟਰੋਲ ਕਰੀ ਬੈਠਾ। ਬਾਕੀ ਅੱਧੇ ਤੋਂ ਵੱਧ ਦੇ ਵਿੱਚ ਲੜਾਈਆਂ ਹੋ ਰਹੀਆਂ, ਕੰਟੈਸਟ ਹੋ ਰਿਹਾ। ਸਰਕਾਰ ਦੇ ਕੋਲ ਥੋੜ੍ਹਾ ਜਿਹਾ, ਸਰਕਾਰ ਨੇ ਭੱਜ ਜਾਣਾ, ਤੁਹਾਡੇ ਸਾਹਮਣੇ ਹੈ। ਇਹ ਦੁਬਾਰਾ ਤਾਲਿਬਾਨ ਨੇ ਉੱਥੇ ਕੰਟਰੋਲ ਕਰ ਲੈਣਾ। 20 ਸਾਲਾਂ ਬਾਅਦ ਫਿਰ ਜਿੱਤ ਗਏ, 20 ਸਾਲ ਉੱਜੜ ਗਏ ਅਤੇ ਦੁਬਾਰਾ ਫਿਰ ਆ ਕੇ ਸੋ ਪ੍ਰਗਟ ਸਿੰਘ ਉਹਨਾਂ ਨਾਲ ਹੁਣ ਕੰਟੈਕਟ ਫਿਰ ਹੋਇਆ ਜੀ। ਹੁਣ ਦੇਖਦੇ ਹਾਂ ਕਿ ਆਵਾਜ਼ ਜੇ ਉਹਨਾਂ ਦੀ ਕਲੀਅਰ। ਸੋ ਪ੍ਰਗਟ ਸਿੰਘ ਜੀ, ਆਵਾਜ਼ ਠੀਕ ਹੈ ਜੀ ਹੁਣ? ਹਾਂਜੀ, ਬਿਲਕੁਲ ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਅੱਜ ਦਾ ਪੰਜਾਬ ਜਿਹੜੀ ਸੈਗਮੈਂਟ ਸ਼ੁਰੂ ਕੀਤੀ ਤੁਹਾਡੇ ਨਾਲ, 5ਵੀਂ ਅੱਜ ਆਪਣੀ ਗੱਲਬਾਤ ਹੈ ਜੀ। ਪਹਿਲਾਂ ਤਾਂ ਇਹ ਦੱਸੋ ਜੀ, ਇੱਕ ਹਫ਼ਤੇ ਦੇ ਵਿੱਚ ਕੁਛ ਬਦਲਾਅ ਪੰਜਾਬ ਦੀ ਰਾਜਨੀਤੀ 'ਚ ਮੁੱਦਿਆਂ ਦੀ ਗੱਲ
ਸਹਿਮਤੀ ਕਿਤੇ ਤੁਹਾਡੇ ਲਾਈਕ ਮਾਈਂਡਡ ਬੰਦੇ ਜਿਹੜੇ ਨੇ ਉਹਨਾਂ ਨਾਲ ਕਿਸੇ ਨਾਲ ਕੋਈ ਕਮਿਊਨੀਕੇਸ਼ਨ ਜਾਂ ਭਵਿੱਖ ਦੀ ਕੋਈ ਅਜਿਹੀ ਗੱਲ ਜਿਹੜੀ ਦੱਸਣੀ ਚਾਹੋ ਜੀ? ਦੇਖੋ ਬੇਸਿਕਲੀ ਸਟੈਗਨੇਸ਼ਨ ਦੀ ਹੈਗੀ ਆ ਜਿੱਥੇ ਸਾਡੇ ਵੀ ਬੇਸਿਕਲੀ ਹਾਈ ਕਮਾਂਡ ਦੇ ਕੋਲ ਜੋ ਵੀ ਹੋਣਾ ਸੀਗਾ ਹੋ ਗਿਆ ਔਰ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਦਿੱਲੀ ਬੁਲਾਇਆ ਹੋਇਆ ਸੀ ਤੇ ਵੀ ਹੋਪ ਕਿ ਲੈਟ ਅਸ ਮਤਲਬ ਕਹ ਲਓ ਕਿ ਗੁੱਡ ਸੈਂਸ ਪ੍ਰਵੇਲ ਕਰੇ ਤੇ ਜਿਹੜਾ ਪੰਜਾਬ ਸੈਂਟਰਿਕ ਤੇ ਪੰਜਾਬ ਦਾ ਏਜੰਡਾ ਹੈਗਾ ਚਾਹੇ ਜਿਹੜੀ ਵੀ ਕੋਈ ਪੋਲੀਟੀਕਲ ਪਾਰਟੀ ਹੋਵੇ ਜਿਹੜੀ ਉਹ ਚੰਗੀ ਤਰ੍ਹਾਂ ਪਰਸੂ ਕਰੇ ਤੇ ਉਧਰ ਨੂੰ ਬਿਲ ਤੁਰੇ। ਅੱਛਾ, ਮੈਂ ਹੁਣ ਇਹ ਗੱਲ ਤੁਹਾਡੇ ਨਾਲ ਕਿਉਂਕਿ ਤੁਸੀਂ ਬੇਬਾਕੀ ਨਾਲ ਜਵਾਬ ਦਿੰਦੇ ਹੋ, ਮੈਂ ਉਸ ਤਰ੍ਹਾਂ ਹੀ ਪੁੱਛਣਾ ਚਾਹੁੰਦਾ। ਮੈਨੂੰ ਕੁਛ ਇਹ ਪਤਾ ਲੱਗਿਆ ਸੀ ਕਿ ਸਰਦਾਰ ਬਲਵੰਤ ਸਿੰਘ ਰਾਮੂਵਾਲੀਏ ਨਾਲ ਤੁਹਾਡੇ ਮੇਲ ਮਿਲਾਪ ਤੋਂ ਬਾਅਦ ਕੋਈ ਤੁਸੀਂ ਪਾਰਟੀ ਸਵਿਚ ਕਰ ਰਹੇ ਹੋ, ਇਹ 'ਚ ਗੱਲ 'ਚ ਕੋਈ ਹੈ ਦਮ? ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਸੀ। ਅੱਛਾ ਜੀ। ਸੋ ਫਿਰ ਜਿਸ ਤਰ੍ਹਾਂ ਦੀਆਂ ਬਾਉਂਡਰੀਜ਼ ਨੇ, ਜਿਸ ਤਰ੍ਹਾਂ ਦੀ ਗੱਲਬਾਤ, ਜਿਸ ਤਰ੍ਹਾਂ ਦਾ ਤੁਹਾਡਾ ਮਨ ਹੈ, ਪੰਜਾਬ ਦੇ ਵਿੱਚ ਪਾਰਟੀ ਦੀ ਸੁਪਰੀਮੋ ਦੇ ਨਾਲ ਫਿਰ ਰਹਿ ਕੇ ਭਵਿੱਖ ਦੇ ਵਿੱਚ ਜੇ ਜਿੱਤਦੇ ਵੀ ਹੋ MLA ਦੇ ਤੌਰ ਤੇ ਜੀ, ਫਿਰ ਕਿਵੇਂ ਗੱਲ ਚੱਲੇਗੀ? ਜੇ ਸਰਕਾਰ ਵੀ ਤੁਹਾਡੀ ਬਣ ਗਈ ਤੇ ਦੁਬਾਰਾ CM ਅਮਰਿੰਦਰ ਸਿੰਘ ਫੇਰ ਬਣ ਗਏ, ਫਿਰ ਕਿਵੇਂ ਅੱਗੇ ਹੋਣਗੇ ਐਡਵਾਂਸ? ਦੇਖੋ, ਪਾਰਟੀਆਂ ਲਗਭਗ ਸਾਰੀਆਂ ਰਿਪੋਰਟ ਨਹੀਂ ਆਈਆਂ। ਦੇਖੋ, ਪੋਲੀਟੀਕਲ ਸਿਸਟਮ ਦੇ ਵਿੱਚ ਮੈਂ ਨਹੀਂ ਸਮਝਦਾ ਕਿਉਂਕਿ ਪੋਲੀਟੀਕਲ ਸਿਸਟਮ ਨੇ ਹੀ ਪਾਰਟੀਆਂ ਬਣੀਆਂ, ਉਹਨੂੰ ਚਲਾਉਣ ਬਾਰੇ ਜਿਹੜੇ ਬਾਰੇ ਬੰਦੇ ਅਕਾਲੀ ਦਲ ਵੀ 100 ਸਾਲ ਪੁਰਾਣੀ ਪਾਰਟੀ ਆ, ਕਾਂਗਰਸ ਵੀ 100 ਸਾਲ ਪੁਰਾਣੀ ਪਾਰਟੀ ਆ, ਬਟ ਬੇਸਿਕਲੀ ਸਾਨੂੰ ਆਪਣਾ ਥਾਟ ਪ੍ਰੋਸੈਸ ਜਿਹੜਾ ਉਹ ਚੇਂਜ ਕਰਨ ਦੀ ਜ਼ਰੂਰਤ ਹੈ ਕਿਉਂਕਿ ਹਜੇ ਅਸੀਂ ਉਹ ਪੁਰਾਣੇ ਰੀਤੀ ਰਿਵਾਜਾਂ ਚੋਂ ਨਿਕਲ ਨਹੀਂ ਰਹੇ ਜਿੱਥੇ ਲੋਕੀ ਪ੍ਰੋਫੈਸ਼ਨਲ ਬੰਦਿਆਂ ਨੂੰ ਰਾਦਰ ਅਪਰੋਚ ਕਰ ਰਹੇ ਆ ਦੁਨੀਆ ਦੇ ਉੱਤੇ ਜਿਹੜੀਆਂ ਚੰਗੀਆਂ ਡੈਮੋਕ੍ਰੇਸੀ ਆ ਕਿ ਜੇ ਕੋਈ ਚੰਗਾ ਇਕੋਨੋਮਿਸਟ ਹੈ ਦੁਨੀਆ ਦਾ ਤੇ ਉਹਨੂੰ ਬੇਸਿਕਲੀ ਜੇ ਫਾਈਨਾਂਸ ਮਿਨਿਸਟਰ ਬਣਾਇਆ ਜਾਵੇ। ਈਵਨ ਜਦੋਂ ਸਰਦਾਰ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਬਣੇ, ਹੀ ਵਾਜ਼ ਨਾਟ ਈਵਨ ਦਾ ਬੇਸਿਕ ਮੈਂਬਰ ਆਫ ਦਾ ਕਾਂਗਰਸ ਪਾਰਟੀ ਕਿਉਂਕਿ ਹੁਣ ਤਾਂ ਕੈਪੇਬਿਲਿਟੀ ਦੀ ਜ਼ਰੂਰਤ ਹੈਗੀ ਆ ਕਿ ਠੀਕ ਆ ਵੀ ਬਹੁਤ ਵਾਰੀ ਏਦਾਂ ਦਾ ਅਸੀਂ ਕਰ ਆ, ਲੇਕਿਨ ਹੁਣ ਸਮਾਂ ਜਿਹੜਾ ਆ ਉਹ ਸੁਪਰ ਸਪੈਸ਼ਲਾਈਜੇਸ਼ਨ ਦਾ ਹੈਗਾ ਤੇ ਜਿੱਥੇ ਜੇ ਤੁਹਾਨੂੰ ਕੰਮ ਹੀ ਨਹੀਂ ਆਉਂਦਾ ਕਰਨਾ, ਜੇ ਤੁਸੀਂ ਉਹਦਾ ਐਗਜ਼ੀਕਿਊਟ ਹੀ ਨਹੀਂ ਕਰ ਸਕਦੇ ਤੇ ਫਿਰ ਅਲਟੀਮੇਟਲੀ ਉਹ ਸਾਰਾ ਬਰਡਨ ਜਿਹੜਾ ਆ ਤੁਸੀਂ ਅਲਟੀਮੇਟਲੀ ਉਹ ਸਿਸਟਮ ਦੇ ਉੱਤੇ ਪਾ ਦਿੰਦੇ ਆ। ਤੇ ਇਹੀ ਹਾਲ ਜਿਹੜਾ ਹੈ ਸਾਡੀ ਪੰਜਾਬ ਦੀ ਡੈਮੋਕ੍ਰੇਸੀ ਦਾ ਹੈਗਾ ਕਿ ਜਿਹਦੇ ਵਿੱਚ ਅਸੀਂ ਬਹੁਤ ਚੀਜ਼ਾਂ ਦਾ ਖਿਲਾਰਾ ਪਾ ਕੇ ਬਹਿ ਜਾਂਦੇ ਹਾਂ ਤੇ ਉਹਦੇ ਚੋਂ ਨਿਕਲਦਾ ਸੁਹਿਰਦ ਰਾਜਨੀਤੀ ਦੀ ਜ਼ਰੂਰਤ ਹੈਗੀ ਆ। ਜਿੰਨਾ ਚਿਰ ਦੇਖੋ ਨੰਬਰ ਆਫ ਪਰਸਨ, ਕਿਉਂਕਿ ਦੇਖੋ ਜਿੰਨਾ ਸਾਡੀ ਥਾਟ ਪ੍ਰੋਸੈਸ ਦੇ ਵਿੱਚ ਹੈ ਕਿ ਪੜ੍ਹਿਆ ਲਿਖਿਆ ਸਿਆਣਾ ਬੰਦਾ ਉਹ ਪੋਲੀਟਿਕਸ ਦੇ ਵਿੱਚ ਆਉਣ ਤੋਂ ਗਰੇਜ ਕਰਦਾ ਜੀ, ਤੇ ਫਿਰ ਮੈਂ ਕਈ ਵਾਰੀ ਪੜ੍ਹੇ ਲਿਖੇ ਲੋਕਾਂ ਨੂੰ ਵੀ ਇਹ ਪੁੱਛਦਾ ਹੁੰਦਾ ਕਿ ਫਿਰ ਤੁਹਾਨੂੰ ਕਿਸੇ ਨੂੰ ਕੁਐਸਚਨ ਕਰਨ ਦਾ ਵੀ ਹੱਕ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਤਾਂ ਫਿਰ ਬਚਾਉਣਾ ਨਹੀਂ ਹੈ, ਤੁਸੀਂ ਜਦੋਂ ਮਾਰੇ ਬੰਦੇ ਦੇ ਹੱਥ ਬਾਗਡੋਰ ਫੜਾ ਕੇ ਉਹਦੇ ਤੋਂ ਬਹੁਤ ਚੰਗੇ ਦਿਨਾਂ ਦੀ ਆਸ ਰੱਖੋਗੇ, ਉਹ ਤੁਹਾਡੀ ਵੀ ਮੂਰਖਤਾ ਭਰਿਆ ਕਦਮ ਹੁੰਦਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖੋ, ਆਪਾਂ ਕਹੀਏ ਕਿ ਓਵਰਨਾਈਟ ਇਹ ਬਦਲਾਅ ਹੋ ਸਕਦਾ ਆ, ਓਵਰਨਾਈਟ ਚੇਂਜਸ ਹੋ ਸਕਦੀਆਂ ਹੈਗੀਆਂ। ਇਹ ਓਵਰਨਾਈਟ ਕਿਉਂਕਿ ਓਵਰਨਾਈਟ ਨਾ ਖਰਾਬ ਹੋਈਆਂ, ਇਹ ਨਾ ਓਵਰਨਾਈਟ ਠੀਕ ਬਹੁਤੀਆਂ ਬਦਲਾਅ ਹੋ ਰਹੇ ਹੈਗੇ ਕਿਉਂਕਿ ਦੇਖੋ ਆਜ਼ਾਦੀ ਤੋਂ ਪਹਿਲਾਂ ਤਾਂ ਅਸੀਂ ਲੜਦੇ ਰਹੇ ਆਜ਼ਾਦੀ ਲਈ ਜੀ, ਤੇ 73-74 ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਵੀ। ਉਹਦੇ ਤੋਂ ਬਾਅਦ ਫਿਰ ਅਸੀਂ ਉਹੀ ਖਿਲਾਰਾ ਪਾਉਣ ਲੱਗ ਪਏ ਕਿ ਜਿਹੜਾ ਚਰਚਿਲ ਨੇ ਬੇਸਿਕਲੀ 1946 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਕੀਤੀ ਸੀ ਵੀ ਇਹ ਜਿਹੜੇ ਬੇਸਿਕਲੀ ਅਸੀਂ ਇਸ ਡੈਮੋਕ੍ਰੇਸੀ ਨੂੰ ਫੜਾਉਣ ਤੋਂ ਇਸ ਕਰਕੇ ਡਰਦੇ ਹਾਂ ਕਿ ਕਿਸੇ ਟਾਈਮ ਹਿੰਦੁਸਤਾਨ ਦੇ ਉੱਤੇ ਜਿਹੜੀ ਏਅਰ ਐਂਡ ਵਾਟਰ ਹੈ ਉਹ ਵੀ ਟੈਕਸਟ ਹੋਊਗੀ ਤੇ ਅੱਜ ਉਹ ਲਗਭਗ ਠੀਕ ਪ੍ਰੂਵ ਹੋ ਰਿਹਾ। ਉਧਰ ਨੂੰ ਅਸੀਂ ਬੇਸਿਕਲੀ ਉਹਦੇ ਕਹਿਣ ਮੁਤਾਬਕ ਅਸੀਂ ਉਧਰ ਨੂੰ ਠੀਕ ਚੱਲ ਰਹੇ ਕਿਉਂਕਿ ਜਦੋਂ ਅਸੀਂ ਡਿਸੀਜ਼ਨ ਸੈਂਟਰਿਕ ਜਾਂ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿਣ ਦੀ ਜ਼ਰੂਰਤ ਨਹੀਂ ਕਰਦੇ, ਹੌਲੀ ਹੌਲੀ
ਦੇਖੋ ਪੰਜਾਬ ਦੇ ਉੱਤੇ ਆਪਣੀ ਪਹਿਲਾਂ ਵੀ ਡਿਸਕਸ਼ਨ ਹੋਈ ਆ ਵੀ 3 ਲੱਖ ਕਰੋੜ ਦੇ ਕਰਜ਼ੇ ਦੇ ਕਰੀਬ ਪਹੁੰਚ ਗਏ ਜੀ। ਇਹ ਚਾਹੇ ਕਿਸੇ ਘਰ ਦਾ ਕਰਜ਼ਾ ਹੋਵੇ, ਚਾਹੇ ਕਿਸੇ ਪਿੰਡ ਦਾ ਹੋਵੇ, ਚਾਹੇ ਕਿਸੇ ਸੂਬੇ ਦਾ ਹੋਵੇ, ਚਾਹੇ ਦੇਸ਼ ਦਾ ਹੋਵੇ, ਤੇ ਹੌਲੀ ਹੌਲੀ ਇਹਦਾ ਹਰ ਚੀਜ਼ਾਂ ਜਿਹੜੀਆਂ ਹੋਣ ਲੱਗ ਪੈਂਦੀਆਂ। ਅੱਛਾ, ਤੁਸੀਂ ਬੇਸਿਕਲੀ ਅਸੀਂ ਸਲੋ ਪੋਇਜ਼ਨ ਤੇ ਸਿਸਟਮ ਲਾ ਲਿਆ, ਜਿਹਦੇ ਕਿ ਜਿਹੜੇ ਬੈਡ ਇਫੈਕਟਸ ਤਾਂ ਆਉਣੇ ਹੀ ਆ, ਪਰ ਉਹ ਕਿਤੇ ਨਾ ਕਿਤੇ ਜਦੋਂ ਸਲੋ ਆਉਂਦੇ ਲੱਗਦੇ ਆ ਤਾਂ ਫਿਰ ਐਂ ਲੱਗਦਾ ਹੁੰਦਾ ਵੀ ਸ਼ਾਇਦ ਇਹ ਸਾਡੇ ਤੇ ਨਹੀਂ ਆਉਣੇ, ਕਿਸੇ ਹੋਰ ਤੇ ਆਉਣੇ ਆ। ਸੋ ਇਹ ਸਾਡੀ ਬੇਸਿਕਲੀ ਜਿੰਨਾ ਚਿਰ ਅਸੀਂ ਓਵਰਆਲ ਥਾਟ ਪ੍ਰੋਸੈਸ ਨੂੰ, ਮੈਂ ਹੁਣ ਪਿੰਡਾਂ ਦੇ ਵਿੱਚ ਹੁੰਦਾ ਵੀ ਤੁਸੀਂ ਕਦੀ ਅਕਾਲੀ ਬਣ ਜਾਂਦੇ ਆ, ਕਦੀ ਕਾਂਗਰਸੀ ਬਣ ਜਾਂਦੇ ਆ, ਕਦੀ ਪੰਜਾਬੀ ਬਣ ਕੇ ਵੀ ਤਾਂ ਸੋਚ ਲਓ ਵੀ ਹਾਂ ਵੀ ਇਹ ਸਾਡਾ ਪੰਜਾਬ ਹੈਗਾ। ਅੱਛਾ, ਜਿੰਨਾ ਚਿਰ ਦੇਖੋ ਪਿੰਡਾਂ ਦੇ ਪਿੰਡ ਭਰਿਆ ਝੋਨੇ ਨਾ ਉੱਠਦੇ, ਉਹ ਉੱਠ ਕੇ ਪੋਲੀਟੀਕਲ ਬੰਦਿਆਂ ਨੂੰ ਪੁੱਛਦੇ ਨਹੀਂ ਵੀ ਭਾਈ ਤੁਹਾਡਾ ਬਜਟ ਕੀ ਆ, ਤੁਹਾਡੀ ਅਰਨਿੰਗ ਕੀ ਆ, ਤੁਹਾਡਾ ਐਕਸਪੈਂਸਿਸ ਕੀ ਆ, ਤੁਸੀਂ ਐਜੂਕੇਸ਼ਨ ਸਿਸਟਮ ਨੂੰ ਕਿਵੇਂ ਇੰਪਰੂਵ ਕਰ ਰਹੇ ਆ, ਤੁਸੀਂ ਹੈਲਥ ਸਿਸਟਮ ਨੂੰ ਕਿਵੇਂ ਇੰਪਰੂਵ ਕਰ ਰਹੇ ਆ, ਤੁਸੀਂ ਟਰਾਂਸਪੋਰਟੇਸ਼ਨ ਨੂੰ ਕਿਵੇਂ ਇੰਪਰੂਵ ਕਰ ਰਹੇ ਆ, ਤੁਸੀਂ ਪ੍ਰਾਈਵੇਟਾਈਜ਼ ਨੂੰ ਕਿੰਨਾ ਕਰਦੇ ਲਿਆ ਰਹੇ ਆ, ਸਰਕਾਰੀ ਸਿਸਟਮ ਦੇ ਉੱਤੋਂ ਡਿਲੀਵਰੀ ਕਿੱਥੋਂ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿੰਨਾ ਚਿਰ ਪੁੱਛਦੇ ਨਹੀਂ ਪੋਲੀਟੀਸ਼ੀਅਨ ਨੂੰ ਤਾਂ ਬਹੁਤ ਸੌਖਾ ਕੰਮ ਆ। ਅੱਛਾ, ਫਿਰ ਪੋਲੀਟਿਕਸ ਦੇ ਵਿੱਚ ਬੰਦੇ ਅਸੀਂ ਕਹਿੰਦੇ ਆ ਵੀ ਡਿਸਕਸ਼ਨ ਤਾਂ ਅਸੀਂ ਬਹੁਤ ਕਰਦੇ ਆ, ਤੇ ਲੇਕਿਨ ਜੇ ਅਸੀਂ ਕਿਸੇ ਨੂੰ ਕਹੀਏ ਕਿ ਯਾਰ ਤੂੰ ਬੈਠਾ, ਨਹੀਂ ਇਹ ਤਾਂ ਮਾੜਾ ਕੰਮ ਆ। ਅੱਛਾ, ਮਾੜਾ ਕੰਮ ਆ, ਫਿਰ ਤਾਂ ਬੇਸਿਕਲੀ ਤੁਸੀਂ ਵੀ ਇਸ ਗੱਲ ਨੂੰ ਸਰੈਂਡਰ ਕਰੀ ਬੈਠੇ ਆ। ਸੋ ਗੱਲ ਤਾਂ ਅੱਜ ਦੀ ਤਰੀਕ ਇੱਥੇ ਖੜੀ ਹੈਗੀ ਆ। ਅੱਛਾ ਜੀ, ਹੁਣ ਗੱਲ ਇਹ ਮਤਲਬ ਉੱਥੋਂ ਹੀ ਜਿਵੇਂ ਪਹਿਲਾਂ ਆਪਾਂ ਸ਼ੁਰੂ 'ਚ ਕੀਤੀ ਸੀ ਵੀ ਇੱਕ ਪੰਚਾਇਤ ਮੈਂਬਰ ਤੋਂ ਲੈ ਕੇ ਸਰਪੰਚ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਹੌਲੀ ਏਰੀਆ ਦਾ ਕੰਟਰੋਲ ਤੇ MLA ਤੇ 30-32 ਸਾਲ ਦੀ ਘਸਾਈ ਤੇ 32ਵੇਂ ਸਾਲ ਜਦ ਫਿਰ ਹਾੜ ਦੇ ਤਪਾੜ ਦੇ ਵਿੱਚ ਜਦ ਪਾਣੀ ਦੀ ਘੁੱਟ ਮਿਲਦੀ ਹੈ ਤਾਂ ਫਿਰ ਉਹ ਪਾਣੀ ਪੀ ਕੇ ਆਫਰਦਾ। ਉਹ ਜਿਹੜੇ ਰਿਫਾਰਮਰ ਨੇ ਉਹਨਾਂ ਨੂੰ ਕਹਿੰਦਾ ਯਾਰ ਤੂੰ ਪਰਾਂ ਹੋ ਕੇ ਆਪਣੀ ਗੱਲ ਕਰ, ਮੇਰੇ ਹਲਕੇ 'ਚ ਨਾ ਬੋਲੀ, ਆਪਣੀ ਇੱਕ ਪਾਰਟੀ ਆ, ਮੈਂ ਤੈਨੂੰ ਨਹੀਂ ਕਹਿੰਦਾ, ਤੂੰ ਆਪਣਾ ਕੰਮ ਕਰ। ਉੱਥੇ ਆ ਜਾਂਦੀ ਹੈ ਗੱਲ। ਹੁਣ ਜਿਹੜੇ ਕੰਮ ਕਰਦੇ ਫਿਰਦੇ ਆ ਪੰਜਾਬ ਦੇ ਵਿੱਚ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਅਲੱਗ-ਅਲੱਗ ਖੇਤਰ 'ਚ ਕੰਮ ਸਰਾਰ ਸਾਹਿਬ ਕਰਦੀਆਂ, ਉਹਨਾਂ ਦਾ ਬ੍ਰੇਕ ਨਹੀਂ ਹੈ। MLA ਦੀ ਚੋਣ ਲੜਨੀ ਮਾੜੇ ਬੰਦੇ ਦੇ ਕਿੱਥੇ ਬਸ ਦੀ ਗੱਲ ਹੈ। ਕੌਣ ਉਹਨੂੰ ਦਊਗਾ ਟਿਕਟ? ਤੇ ਜੇ ਉਹ ਆਜ਼ਾਦ ਖੜਦਾ ਵੋਟਾਂ 10 ਨਹੀਂ ਪੈਂਦੀਆਂ। ਜਿਹੜਾ ਲੋਕਾਂ 'ਚ ਕੰਮ ਕਰਦਾ ਬੰਦਾ ਉਹਦਾ ਕੋਈ ਪੱਕਾ ਥੋੜ੍ਹਾ ਵੀ ਉਹ MLA ਜਾਂ MP ਬਣ ਜਾਏਗਾ। ਫਿਰ ਇਹ ਤੁਹਾਡੀ ਸੋਚ ਵਰਗੇ ਬੰਦੇ ਕਿੰਨੇ ਕੁ ਹੈ? ਫਿਰ ਤਾਂ ਜੇ ਤੁਸੀਂ ਨਾ ਵਾਚਕ ਨਹੀਂ ਹੋਣਾ ਚਾਹੁੰਦਾ, ਮੈਂ ਹਾਂ ਵਾਦੀ ਹਾਂ, ਪਰ ਫਿਰ ਬਦਲ ਵੀ ਕੁਝ ਨਹੀਂ ਦਿਖਦੀ ਜੀ। ਫਿਰ ਸ਼ੁਰੂ ਕਿਵੇਂ ਹੋਏਗੀ ਗੱਲ? ਇਹੋ ਜਿਹੀ ਦੇਖੋ ਗੱਲ ਇਹ ਆ ਕਿ ਚਲੋ ਅਸੀਂ ਸ਼ੁਰੂ ਕੀਤਾ, ਭਾਵੇਂ ਮੈਂ ਤਾਂ ਨਵਜੋਤ ਨੇ ਕੀਤਾ ਹੈਗਾ। ਗੱਲ ਤਾਂ ਇਹ ਆ ਵੀ ਹੋ ਸਕਦਾ ਹੁਣ 2004 ਨੂੰ ਦੇਖੋ ਗੱਲ ਇਹ ਆ ਥੋੜੀ ਚੇਂਜ ਤਾਂ ਆ ਰਹੀ ਆ, ਬਟ ਐਟ ਦਾ ਸੇਮ ਟਾਈਮ ਹੁਣ ਮੇਰੇ ਖਿਆਲ 2 ਮਹੀਨਿਆਂ ਦੇ ਵਿੱਚ ਪੰਜਾਬ 'ਚ 10 ਤੋਂ 12 ਪਾਰਟੀਆਂ ਜਿੱਥੇ ਹੋਈਆਂ। ਅੱਛਾ ਜੀ। ਇਹਨਾਂ ਲੋਕਾਂ ਨੂੰ ਚਾਹੀਦਾ ਇਹ ਹੈ ਵੀ ਕਿਉਂਕਿ ਅੱਧਾ ਪੰਜਾਬ, ਮੈਂ ਪਿਛਲੀ ਵਾਰੀ ਵੀ ਕਿਹਾ ਸੀ ਵੀ ਅੱਧਾ ਪੰਜਾਬ ਨਾ ਚੀਫ ਮਿਨਿਸਟਰ ਬਣਨ ਨੂੰ ਤੁਰਿਆ ਹੋਇਆ। ਅੱਛਾ, ਉਹ ਤਾਂ ਰਿਫਾਰਮ ਲਿਆਉਣੀ ਚਾਹੁੰਦੇ ਆ। ਮੈਂ ਕਿਹਾ ਯਾਰ ਜਦੋਂ ਇਹ ਮਾਡਲ ਹੀ ਅਸੀਂ ਗਲਤ ਲੈ ਕੇ ਤੁਰ ਰਹੇ ਆ, ਅੱਛਾ ਉਹ ਬੇਸਿਕਲੀ ਤੇ 10-12 ਮੈਂ ਨਹੀਂ ਕਹਿੰਦਾ ਉਹ ਆਰਗੇਨਾਈਜੇਸ਼ਨ, ਚਲੋ ਕਿਸੇ 'ਚ ਕਿੰਨੇ ਮੈਂਬਰ ਹੋਣਗੇ, ਕਿਸੇ 'ਚ ਕਿਹੜਾ ਕੋਈ ਏਰੀਆ ਸਪੈਸੀਫਿਕ ਹੋਊਗੀ, ਜਾਂ ਕੋਈ ਪਾਰਟੀਕੂਲਰ ਜਿਹੜਾ ਕਿਸੇ ਆਈਡੀਏ ਤੇ ਕੰਮ ਕਰ ਰਹੇ ਹੋਣਗੇ, ਬਟ ਵਾਈ ਡੋਂਟ ਵੀ ਗੈਟ ਟੂਗੈਦਰ, ਯੂਨਾਈਟ ਹੋ ਕੇ। ਤਾਂ ਤੁਸੀਂ ਬੇਸਿਕਲੀ ਦੇਖੋ ਇਹ ਐਸਟੈਬਲਿਸ਼ ਪਾਰਟੀਆਂ ਹੈਗੀਆਂ, ਕਿਉਂਕਿ ਕੁਛ ਪਹਿਲਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਸੋ ਕਾਲਡ ਮੈਂ ਤਾਂ ਭਗਤ ਵੀ ਕਹਿਣਾ ਹੁੰਦਾ, ਤੇ ਯਾਰ ਤੁਸੀਂ ਕਮ ਸੇ ਕਮ ਪੁੱਛਿਆ ਤਾਂ ਕਰੋ। ਅੱਛਾ, ਉਹ ਕਹਿੰਦੇ ਅੰਨਾ ਹੋਵੇ ਬੋਲਾ ਹੋਵੇ, ਅਸੀਂ ਤਾਂ ਜੇ ਕਾਂਗਰਸ ਨੂੰ ਲਾਉਣੀ ਆ ਤੇ ਕਾਂਗਰਸ ਨੂੰ ਲਾਉਣੀ, ਜੇ ਅਕਾਲੀ ਦਲ ਨੂੰ ਲਾਉਣੀ ਤੇ ਅਕਾਲੀ ਦਲ ਨੂੰ ਪਾਉਣੀ। ਉਹ ਬੇਸਿਕਲੀ ਡਿਸਕਸ਼ਨ ਬਹੁਤ ਕਰਦੇ ਆ, ਲੇਕਿਨ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ। ਲੇਕਿਨ ਇਹ ਸਾਰੇ ਥਾਟ ਪ੍ਰੋਸੈਸ ਨੂੰ ਆਪਾਂ ਜਿਹੜੇ ਓਵਰਨਾਈਟ ਚੇਂਜ ਕਰ ਸਕਦੇ। ਬਟ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ 12 ਪਾਰਟੀਆਂ ਰਜਿਸਟਰ ਹੋਈਆਂ ਪਿਛਲੇ 2 ਮਹੀਨਿਆਂ ਦੇ ਵਿੱਚ। ਅੱਛਾ, ਉਹਨਾਂ ਦੇ ਏਜੰਡੇ ਆਪਣੇ ਆ ਕਹਿੰਦੇ ਕਰਨਾ, ਉਹ 12 ਉਹ ਤਾਂ ਇਹਨਾਂ ਦਾ ਕਰ ਸਕਦੇ ਆ। ਕਿਸੇ ਪਾਰਟੀਕੂਲਰ 15-17 ਹਲਕਿਆਂ ਦੇ ਵਿੱਚੋਂ 1000 500 700 2-2000 ਵੋਟ ਲੈ ਜਾਣਗੇ। ਅੱਛਾ, ਫਿਰ ਉਹਦਾ ਕੀ ਹੋਊਗਾ ਸਮਾਂ, ਤੇ ਉਹ ਜਿਹੜੀ ਬੇਸਿਕਲੀ ਜਿਹੜੀ ਮਾੜੀ ਮੋਟੀ ਚੰਗੀ ਸੋਚ ਵਾਲੀ ਵੋਟ ਆ ਉਹ ਡਿਵਾਈਡ ਹੋ ਜਾਊਗੀ, ਤੇ ਉਹ ਉੱਥੇ ਇੱਕ ਗੱਲ ਪਹੁੰਚ ਜੂਗੀ ਜਿੱਥੇ ਉਹ ਬੇਸਿਕਲੀ ਪੋਲੀਟੀਕਲ ਸਿਸਟਮ ਚਾਹੁੰਦਾ ਹੈਗਾ।
एक्चुअली देखो करना तो औखा है, ਇਹਦੇ 'ਚ ਤਾਂ ਕੋਈ ਦੋ ਰਮਾ ਨਹੀਂ, ਮੈਂ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀ ਆਪਾਂ ਕਹੀਏ ਵੀ ਇਹ ਇੰਨਾ ਹੀ ਹੈਗਾ। ਪਰ ਜੇ ਤੁਸੀਂ ਦ੍ਰਿੜਤਾ ਨਾਲ ਲੱਗੇ ਰਹਿੰਦੇ ਆ, ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ ਜਾਂ ਖਾਸ ਕਰਕੇ ਜਿਹੜੀ ਕਿਸਾਨੀ ਮੂਵਮੈਂਟ ਆਈ ਹੈਗੀ ਆ, ਕਿਸਾਨੀ ਮੂਵਮੈਂਟ ਦੀ ਜਿਹੜੀ ਹੈਗੀ ਆ ਉਹ ਪੋਲੀਟੀਕਲ ਪਾਰਟੀਆਂ ਦਾ ਲੋਕਾਂ ਤੋਂ ਉੱਠਿਆ ਹੋਇਆ ਮੋਹ ਜਿਹੜਾ ਆ ਉਹਦੇ ਤੋਂ ਹੀ ਉੱਠਿਆ ਹੋਇਆ ਇਹ ਬੁਲਬੁਲਾ ਹੈਗਾ। ਤੇ ਉਹ ਵੀ ਮੈਂ ਕਈ ਵਾਰੀ ਉਹਨਾਂ ਨਾਲ ਕਈਆਂ ਜੀ ਕੰਪਲੀਟ ਕਰ ਲਓ ਪਲੀਜ਼। ਉਹਨਾਂ ਬੰਦਿਆਂ ਨਾਲ ਵੀ ਕਈ ਵਾਰੀ ਗੱਲ ਹੁੰਦੀ ਆ, ਉਹ 31 ਜਥੇਬੰਦੀਆਂ ਹੈਗੀਆਂ, ਲੇਕਿਨ ਉਹਨਾਂ ਦੀ ਵੀ ਇਹ ਆ ਵੀ ਉਹ ਵੀ ਇਕੱਠੇ ਨਹੀਂ ਹੋ ਰਹੇ। ਮੈਂ ਕਿਹਾ ਯਾਰ ਤੁਸੀਂ ਕਮ ਸੇ ਕਮ ਇਕੱਠੇ ਤਾਂ ਹੋ ਜਾਓ। ਤੇ ਤੁਸੀਂ 31 ਜਥੇਬੰਦੀ ਆ, ਜਦੋਂ ਵੀ ਉਹ ਮੀਟਿੰਗ ਕਰਦੇ ਆ ਉਹ ਰੋਜ਼ ਨਵੇਂ ਪ੍ਰਧਾਨ ਥੱਲੇ ਕਰਦੇ ਆ, ਤੇ ਜਦੋਂ ਮੀਡੀਆ ਨੂੰ ਐਡਰੈਸ ਕਰਦੇ ਆ ਨਵੇਂ ਪ੍ਰਧਾਨ ਥੱਲੇ ਮੀਡੀਆ ਨੂੰ ਐਡਰੈਸ ਕਰਦੇ ਹੈਗੇ ਆ। ਅੱਛਾ ਜੇ ਬੇਸਿਕਲੀ ਇਸ਼ੂ ਹੈਗਾ ਆ, ਪਾਣੀ ਦਾ ਇਸ਼ੂ ਹੈਗਾ ਆ, ਅੱਛਾ ਲੋਕਾਂ ਦੀ ਮਤਲਬ ਵਰਲਡ ਓਵਰ ਹੀ ਕਿਤੇ ਨਾ ਕਿਤੇ ਜਿਹੜੀ ਸਿੰਪਥੀ ਹੈਗੀ ਆ ਉਹ ਕਿਸਾਨਾਂ ਨਾਲ ਆਈ ਹੈਗੀ ਆ। ਬਟ ਐਟ ਦਾ ਸੇਮ ਟਾਈਮ ਤੁਹਾਨੂੰ ਤਾਂ ਇੱਕ ਜਗ੍ਹਾ ਤੇ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਆ। ਪਰ ਇਹ ਜਿਹੜੀ ਪੰਜਾਬੀਆਂ ਦੀ ਬੇਸਿਕ ਪ੍ਰੋਬਲਮ ਆ ਉਹਦੇ ਤੋਂ ਅਸੀਂ ਫੇਰ ਨਹੀਂ ਦੇਖੋ, ਇੰਨਾ ਕ੍ਰਾਈਸਿਸ ਦੇ ਬਾਵਜੂਦ ਵੀ ਇਕੱਠੇ ਨਹੀਂ ਹੋ ਰਹੇ ਹੋਣ ਦੀ ਯਕੀਨ ਨਹੀਂ ਕਰਦੇ ਜੀ। ਪਰ ਜੇ ਇਹ ਨਹੀਂ ਹੋਵਾਂਗੇ ਫਿਰ ਤਾਂ ਵੀ ਅਸੀਂ ਕਦੀ ਇਹਦੇ ਚ ਕੁਛ ਬਹੁਤ ਜ਼ਿਆਦਾ ਮੈਂ ਕਹਾਂ ਵੀ ਚੇਂਜਸ ਆ ਸਕਦੀਆਂ ਕਿ ਸਾਡੇ ਵਰਗੇ ਮਤਲਬ ਕਿਤੇ ਨਾ ਕਿਤੇ ਆਉਣਗੇ ਤੇ ਉਹ ਆਪਣਾ ਕਹਿ ਲਓ ਕਿ ਰੌਲਾ ਰੂਲਾ ਪਾ ਕੇ ਜਿੰਨਾ ਕੁ ਕਰ ਸਕਦੇ ਹੋਣਗੇ, ਜਿੰਨਾ ਕੁ ਚਿਰ ਉਹਨਾਂ ਦੀ ਸਸਟੇਨੇਬਿਲਿਟੀ ਬਣਦੀ ਜਾਊਗੀ ਉਹਨਾਂ ਚਿਰ ਉਹ ਸਸਟੇਨੇਬਿਲਿਟੀ ਨਿਭਾ ਕੇ ਤਾਂ ਉਹ ਕਿਤੇ ਨਾ ਕਿਤੇ ਚਲੇ ਜਾਣਗੇ। ਗੱਲ ਤਾਂ ਕਿਉਂਕਿ ਜਦੋਂ ਫਿਰ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਬਹੁਤ ਗਿਣਤੀ ਜਿਹੜੀ ਆ ਉਹ ਜਦੋਂ ਉੱਦਾਂ ਦੇ ਤੌਰ ਪਰ ਸੱਚੀ ਹੋਵੇ ਤਾਂ ਫਿਰ ਉਹ ਜਿਹੜੀ ਘੱਟ ਗਿਣਤੀ ਆ ਉਹਦੇ ਤੇ ਚੱਲਣਾ ਨਹੀਂ ਬਹੁਤ ਹੈ। ਅੱਛਾ ਜੀ, ਸਵਾਲ ਕਰਨ ਵਾਲਿਆਂ ਨੂੰ ਮੈਂ ਬੇਨਤੀ ਕਰਾਂ, ਸਵਾਲ ਕਰ ਸਕਦੇ ਹੋ ਤੁਸੀਂ ਸਿੱਧੇ ਵੀ, ਮੈਨੂੰ ਵੀ ਲਿਖ ਸਕਦੇ ਹੋ 604 204 0600। ਸਰ ਜੀ ਪਹਿਲਾ ਸਵਾਲ ਸਰ ਹਰਮੇਲ ਸਿੰਘ ਢਾਲੀਵਾਲ ਦਾ ਵਿਨੀਪੈਗ ਤੋਂ ਆਇਆ ਮੈਨੀਫੈਸਟੋ ਬਾਰੇ। ਉਹ ਕਹਿੰਦੇ ਮੈਨੀਫੈਸਟੋ ਤੇ ਕਹਿ ਕੇ ਮੁੜ ਕੇ ਝੂਠ ਬੋਲ ਕੇ ਉਹ ਵਾਅਦੇ ਨਹੀਂ ਪੂਰੇ ਹੁੰਦੇ। ਹੁਣ ਬਿਜਲੀ ਕੋਈ ਫ੍ਰੀ ਦੇਈ ਜਾਂਦਾ, ਕੋਈ ਕੁਛ ਦੇਈ ਜਾਂਦਾ, ਕੋਈ ਕੁਛ ਦੇਈ ਜਾਂਦਾ। ਪੰਜਾਬ ਗਰਕਣ ਤੇ ਖੜਿਆ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ। ਤੁਸੀਂ ਇਹ ਮੈਨੀਫੈਸਟੋ ਤੇ ਜੇ ਕੋਈ ਪਾਰਟੀ ਵਾਅਦੇ ਕਰਕੇ ਵਫਾ ਨਹੀਂ ਕਰਦੀ ਉਹਦਾ ਕੋਈ ਸਿਸਟਮ ਹੈ ਜਿਹਦੇ ਕਰਕੇ ਉਹ ਡਿਸਕੁਆਲੀਫਾਈ ਹੋਵੇ ਜਾਂ ਦੁਬਾਰਾ ਚੋਣ ਨਾ ਲੜ ਸਕੇ? ਇਹੋ ਜਿਹਾ ਵਿਧਾਨ ਹੈ ਕੋਈ ਜਾਂ ਬਣ ਸਕਦਾ ਕੁਛ? ਦੇਖੋ ਇਹ ਤਾਂ ਪਾਰਲੀਮੈਂਟ ਬਣਾ ਸਕਦੀ ਹੈ, ਜਿਵੇਂ ਬੇਸਿਕਲੀ ਇਹਦੇ ਬੇਸਿਕ ਰੂਲ ਐਂਡ ਰੈਗੂਲੇਸ਼ਨ ਫਰੇਮ ਕਰ ਰਹੇ ਹੁੰਦੇ ਆ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲਾਈਫ ਦੇ ਫੈਗ ਐਂਡ ਦੇ ਵਿੱਚ ਦੱਸੀ ਆ ਵੀ ਜਿਹੜਾ ਮੈਨੀਫੈਸਟੋ ਆ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਹੈ ਤਾਂ ਜਦੋਂ ਦਾ ਵਿੱਚ ਆਇਆ, ਜਦੋਂ ਮੈਂ ਦੇਖਿਆ ਇਹ ਬਹੁਤ ਵੱਡਾ ਡਾਕੂਮੈਂਟ ਆ, ਜਿਹਦੇ ਤੋਂ ਪਹਿਲੇ ਦਿਨ ਹੀ ਜਿਹੜੀ ਵੀ ਸਰਕਾਰ ਬਣਦੀ ਆ ਉਹਦੀ ਤੁਸੀਂ ਮੀਡੀਆ ਹੈਲਪ ਕਰਨ ਲੱਗ ਪੈਂਦਾ। ਕਿਉਂਕਿ ਜਿਹੜੀਆਂ ਚੀਜ਼ਾਂ ਨਹੀਂ ਹੋ ਸਕਦੀਆਂ, ਮੈਂ ਇਹ ਤਾਂ ਸਮਝ ਸਕਦਾ ਵੀ ਕਿਤੇ 70-80% ਦਾ ਕੰਮ ਬਹੁਤ ਪੁੱਗ ਜਵੇ। ਪਰ ਜਦੋਂ ਏਡੇ ਵੱਡੇ ਬਜਟ ਦੀ ਗੱਲ ਕਰਦੇ ਆ ਜਾਂ ਏਡੇ ਵੱਡੀਆਂ ਰਿਆਇਤਾਂ ਦੀ ਗੱਲ ਕਰਦੇ ਆ, ਅਸਲੀ ਗੱਲ ਹੈ ਕਿ ਸਾਡੇ ਪੋਲੀਟੀਕਲ ਸਿਸਟਮ ਨੇ ਇਹਨਾਂ ਰਿਆਇਤਾਂ ਵੱਲ ਨੂੰ ਲੋਕਾਂ ਨੂੰ ਲਾ ਲਿਆ। ਅੱਛਾ, ਉਹਨਾਂ ਨੂੰ ਰੋਟੀ ਕਮਾਉਣ ਯੋਗੇ ਕਰਨ ਦੀ ਬਜਾਏ ਉਹਨਾਂ ਨੂੰ ਦੇਣਾ ਸ਼ੁਰੂ ਕਰ ਲਿਆ। ਦੁਨੀਆ ਜਿੱਥੇ ਵੀ ਸਬਸਿਡੀ ਹੋਈ ਆ, ਜਿਹੜੀਆਂ ਰੇਸਸ ਵਿੱਚ ਵੀ ਹੋਈ ਆ, ਉਹ ਲਗਭਗ ਰੇਸਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਬੰਦੇ ਕੰਮ ਕਰਨੋਂ ਹਟ ਗਏ। ਹੁਣ ਆਪਣੀ ਸਾਹਿਬ ਪ੍ਰਗਟ ਸਿੰਘ ਜੀ, ਲਾਈਨ ਡ੍ਰੌਪ ਹੋ ਗਈ ਜੀ, 1 ਮਿੰਟ ਫਿਰ ਟਰਾਈ ਕਰਦੇ ਹਾਂ। 604 204 0600 ਸਰ ਪ੍ਰਗਟ ਸਿੰਘ ਨਾਲ ਤੁਸੀਂ ਗੱਲਬਾਤ ਜੇ ਕਰਨੀ ਚਾਹੋ, ਜਵਾਬ ਕੋਈ ਸਵਾਲ ਕਰਨਾ ਚਾਹੋ 604 204 0600। ਅੱਛਾ ਜੀ ਸਰ ਪ੍ਰਗਟ ਸਿੰਘ ਜੀ,
ਜਿਹੜੀ ਪਿਛਲੀ ਵਾਰ 17 ਦੇ ਵਿੱਚ ਇੱਕ ਬਹੁਤ ਵਧੀਆ ਉਦਮ ਤੁਸੀਂ ਕੀਤਾ, ਜਾਂ ਨਵਜੋਤ ਤੁਸੀਂ ਤੇ ਬੈਂਸ ਬ੍ਰਦਰਜ਼ ਇੱਕ ਪਾਰਟੀ ਲੋਕ ਇਨਸਾਫ ਪਾਰਟੀ, ਇੱਕ ਸੋਚਣ ਵਾਲੇ ਬੰਦੇ ਤੇ ਜਦ ਇਕੱਠੇ ਹੋ ਗਏ ਤੇ ਇਕੱਠੇ ਹੁੰਦੇ ਹੁੰਦੇ ਅਖੀਰ ਗੱਲ ਟੁੱਟ ਗਈ ਜੀ। ਨਵਜੋਤ ਸਿੱਧੂ ਤੁਸੀਂ ਇੱਧਰ ਆ ਗਏ, ਉਹਦਾ ਕਾਰਨ ਕੋਈ ਵੀ ਹੋਵੇ ਕਿਉਂਕਿ ਬਾਹਰ ਦਾ ਕਾਰਨ ਉਹਦਾ ਆਇਆ ਨਹੀਂ, ਪਰ ਹੋ ਸਕਦਾ ਬੈਂਸ ਬ੍ਰਦਰਜ਼ ਕਾਹਲੀ ਕਰ ਗਏ ਹੋਣ। ਤੇ ਜਿਹੜੇ ਲਾਈਕ ਮਾਈਂਡਡ ਹੋ ਤੁਸੀਂ 10 15 ਜਾਂ 20, ਉਹਦੇ ਚੋਂ ਇੱਕ ਖਹਿਰੇ ਹੋਣੀ ਵੋਕਲ ਸੀ, ਉਹ ਆਪਣੀ ਜਗ੍ਹਾ ਤੇ ਟਿਕ ਗਏ ਕਿ ਇਵੈਂਚੁਅਲੀ ਦੇਖੋ ਜੀ ਮੇਰੇ ਤੋਂ ਤਾਂ ਹੁਣ ਸੀਟ ਵੀ ਨਹੀਂ ਜਿੱਤ ਹੋਣੀ, ਮੈਂ ਤਾਂ ਮਿੰਨਤਾਂ ਕਰ ਲਈਆਂ। ਉਹ ਕਹਿੰਦੇ ਮੈਂ 40 ਬੰਦਿਆਂ ਨੂੰ ਮਿੰਨਤਾਂ ਕੀਤੀਆਂ ਵੀ ਮੇਰਾ 41ਵਾਂ ਨੰਬਰ ਲਾ ਲਿਓ, ਤੁਸੀਂ 40 ਤਾਂ ਇਕੱਠੇ ਹੋ ਜਾਓ। ਸੋ ਜੇ ਸਾਰੀਆਂ ਪਾਰਟੀਆਂ 'ਚ ਖਿੰਡ ਕੇ ਇਸ ਤਰ੍ਹਾਂ ਲੋਕ ਗੱਲਾਂ ਆਪਣੀਆਂ ਕਰਦੇ ਰਹਿਣਗੇ ਸਾਰੀਆਂ ਪਾਰਟੀਆਂ 'ਚ, ਪਰ ਇਕੱਠੇ ਨਹੀਂ ਹੋਣਗੇ, ਫਿਰ ਮੈਂ ਨਿੱਜੀ ਤੌਰ ਤੇ ਇਹਨੂੰ ਇਸ ਤਰ੍ਹਾਂ ਦੇਖਦਾ ਜੀ ਵੀ ਬਦਲ ਫੇਰ ਤਾਂ ਅਸੰਭਵ ਲੱਗਦਾ ਨਾ। ਹਾਂ, ਫਿਰ ਤਾਂ ਸੰਭਵ ਲੱਗਦਾ, ਇਹਦੇ ਤਾਂ ਕੋਈ ਅਤਕਥਨੀ ਨਹੀਂ ਹੋਊਗੀ। ਕਿਉਂਕਿ ਬੰਦੇ ਬੇਸਿਕਲੀ ਮੈਂ ਦੇਖਿਆ ਵੀ ਐਕਚੁਅਲੀ ਜਿਹੜਾ ਨਾ ਬੇਸਿਕਲੀ ਗੱਲਾਂ ਡਿਫਰੈਂਟ ਕਰਦੇ ਆ, ਲੇਕਿਨ ਏਜੰਡਾ ਡਿਫਰੈਂਟ ਪਰਸੂ ਕਰਦੇ ਆ। ਕਿਉਂਕਿ ਦੇਖੋ ਇਹ ਪਾਰਟੀਆਂ ਵੱਡੀਆਂ ਹੈਗੀਆਂ, ਦੇਖੋ ਇਹ 20 ਤੋਂ 25% ਵੋਟ ਇਹ ਲੈ ਕੇ ਚੱਲਦੀਆਂ, ਇਹਨਾਂ ਨੇ ਅਚੀਵ ਕਰਨਾ ਹੁੰਦਾ ਬੇਸਿਕਲੀ 5-6% ਨੂੰ ਹੋਰ, ਕਿਉਂਕਿ 32-33% ਤੇ ਸਰਕਾਰ ਜਿਹੜੀ ਉਹ ਬਣਦੀ ਹੈਗੀ ਆ। ਅੱਛਾ, ਬਾਕੀ ਲਗਭਗ ਡਿਵੀਜ਼ਨ ਹੋ ਜਾਂਦੀ ਆ। ਲੇਕਿਨ ਇਹ ਆ ਕਿ ਜਿਹੜੀ ਕੋਈ ਵੀ ਨਵਾਂ ਸਿਸਟਮ ਆ ਉਹਨੇ ਬੇਸਿਕਲੀ 0 ਤੋਂ ਸ਼ੁਰੂ ਕਰਨਾ। ਅੱਛਾ, 0 ਤੋਂ ਸ਼ੁਰੂ ਕਰਨ ਲਈ ਬੇਸਿਕਲੀ ਦ੍ਰਿੜਤਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਬੇਸਿਕਲੀ ਚਾਹੇ PPP ਸੀ, ਚਾਹੇ ਇੱਕ ਦੋ ਹੋਰ ਪਾਰਟੀਆਂ ਵੀ ਬਣੀਆਂ, ਅੱਛਾ ਜਿਨ੍ਹਾਂ ਨੇ ਹੁਲਾਰਾ ਜਿਹਾ ਵੀ ਲਿਆਂਦਾ, ਬਟ ਐਟ ਦਾ ਸੇਮ ਟਾਈਮ ਕੋਈ 5% ਤੇ ਰਹਿ ਗਿਆ, ਕੋਈ 7% ਤੇ, ਕੋਈ 10% ਤੇ। ਤੇ ਇਹ ਬੇਸਿਕਲੀ ਇੰਨਾ ਕੁ ਤਾਂ ਜ਼ਰੂਰ ਹੈ ਕਿਸੇ ਨੂੰ ਜਿੱਤ ਹਾਰ ਲਈ ਤਾਂ ਰੋਲ ਪਲੇ ਕਰ ਸਕਦੇ ਆ, ਲੇਕਿਨ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਉਹ ਨਹੀਂ ਆਉਂਦੇ। ਕਿਉਂਕਿ ਲੋਕੀ ਜਿਹੜੇ ਆ, ਲੋਕੀ ਵੀ ਨਾ ਜੀ ਬੱਝੇ ਹੋਏ ਆ, ਕਿਸੇ ਦਾ ਥਾਣੇ ਦਾ ਕੰਮ, ਕਿਸੇ ਦਾ ਆਟੇ ਦਾ ਕੰਮ, ਕਿਸੇ ਦਾ ਕੁਛ, ਕਿਸੇ ਦਾ ਕੁਛ, ਕਿਸੇ ਦਾ ਕੁਛ। ਜਿਹੜੇ ਨਿੱਜੀ ਮਫਾਦ ਹੈ ਉਸ ਲੈਵਲ ਤੱਕ ਥਾਟ ਪ੍ਰੋਸੈਸ ਨਹੀਂ ਆਉਂਦਾ ਹੈਗਾ। ਅੱਛਾ, ਬੰਦਾ ਕਹਿੰਦਾ ਵੀ ਮੇਰੇ ਆ ਸਰਪੰਚ ਨਾਲ ਵੀ ਮੇਰੇ ਨਾਲ 2 ਵਾਰੀ ਮੈਨੂੰ ਥਾਣੇ ਛਡਾ ਕੇ ਲਿਆਂਦਾ ਤੇ ਮੈਂ ਹੁਣ ਸਰਪੰਚ ਦੀ ਕਿੱਦਾਂ ਮੋੜਾਂ, ਪਰਾਂ ਨਹੀਂ ਹੋ ਸਕਦਾ। ਬਿਲਕੁਲ। ਤੇ ਉਹ ਅੱਛਾ ਇਸੇ ਤਰ੍ਹਾਂ ਹੀ ਉਹ ਕਹਿੰਦਾ ਜੀ ਮੇਰੇ ਇਹਨਾਂ ਨੇ ਨੀਲੇ ਕਾਰਡ ਬਣਾਏ ਸੀਗੇ ਜੀ, ਹੁਣ ਮੈਨੂੰ ਤਾਂ ਦਾਣੇ ਮਿਲਦੇ ਜੀ ਮੇਰੇ ਪਰਿਵਾਰ ਨੂੰ, ਮੈਂ ਇਹਨਾਂ ਦੀ ਕਿੱਦਾਂ ਮੋੜ ਦੇਵਾਂ ਜੀ। ਕਿਉਂਕਿ ਉੱਥੋਂ ਨਿਕਲ ਨਹੀਂ ਦਿੰਦੇ ਉਸ ਜਿਹੜੇ ਥਾਟ ਪ੍ਰੋਸੈਸ ਦੇ ਵਿੱਚੋਂ ਆ। ਕਿਉਂਕਿ ਦੇਖੋ ਐਜੂਕੇਸ਼ਨ ਦਾ ਲੈਵਲ ਵੀ ਜਿਹੜਾ ਉਹਦੇ ਵਿੱਚ ਵੇਰੀਏਸ਼ਨ ਬਹੁਤ ਹੈਗੀ ਆ, ਕਿਉਂਕਿ ਜੇ ਉਹਦੇ ਤੋਂ ਨਹੀਂ ਨਿਕਲਦੇ ਤੁਸੀਂ, ਉਸ ਥਾਟ ਪ੍ਰੋਸੈਸ ਚੋਂ ਨਹੀਂ ਨਿਕਲਦੇ, ਤਾਂ ਉਹ ਪੋਲੀਟੀਕਲ ਬੰਦੇ ਨੇ ਬੇਸਿਕਲੀ ਉੱਥੇ ਉਹਨੂੰ ਫਸਾ ਲਿਆ, ਫਸਾ ਕੇ। ਕਿਉਂਕਿ ਪੋਲੀਟੀਕਲ ਬੰਦਾ ਇਹ ਸਮਝਦਾ ਹੈਗਾ ਵੀ ਹਾਂ ਵੀ ਇਹ ਉੱਥੇ ਇੱਕ ਧੜੇ ਜਿਹਾ ਬਣੇ ਰਹਿਣ ਤੇ ਉਨੀ ਕੁ ਇਹਨਾਂ ਦਾ ਅਸੀਂ ਕਰਦੇ ਕੁਰਦੇ ਰਹੀਏ ਤੇ ਤਾਂ ਕਿ ਉੱਥੇ ਰੌਲਾ ਰੂਲਾ ਜਿਹਾ ਪੈਂਦਾ ਰਹੇ। ਤੇ ਇੱਕ ਵਾਰੀ ਕਿਉਂਕਿ ਸਾਡੇ ਵਾਲਿਆਂ ਨੇ ਤਾਂ ਹੁਣ ਇਹ ਬੇਸਿਕਲੀ ਜਦੋਂ ਕਲੱਬ ਹੋ ਗਏ, ਇਕੱਠੇ ਹੋ ਗਏ, ਜਿਹੜਾ ਮਤਲਬ ਫੇਸ ਵੈਲਿਊ ਤੋਂ ਲੱਗਦਾ ਹੈਗਾ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕੋਈ ਲਿਖ ਕੇ ਰਲਣਾ ਹੁੰਦਾ, ਪਰ ਜੋ ਔਨ ਦਾ ਫੇਸ ਆਫ ਇਟ ਹੌਲੀ ਹੌਲੀ ਡਿਵੈਲਪ ਹੋਇਆ ਤੇ ਉਹ ਹੋਇਆ ਵੀ ਇਹ ਦੋਨੇ ਪਰਿਵਾਰ ਜਿਹੜੇ ਰਲ ਗਏ। ਤੇ ਅੱਛਾ, ਰਲੇ ਹੋਏ ਹੋਰ ਵੀ ਡੇਂਜਰਸ ਹੁੰਦੇ ਆ, ਕਿਉਂਕਿ ਜੇ ਇਹ ਵੋਟਾਂ ਨੂੰ ਵੀ ਕਨਵਰਟ ਕਰਨ ਲੱਗ ਪੈਣ ਇੱਕ ਦੂਸਰੇ ਦੀਆਂ, ਤਾਂ ਫਿਰ ਤਾਂ ਇਹ ਜ਼ਿਆਦਾ ਨੁਕਸਾਨਦਾਇਕ, ਮਤਲਬ ਐਟਲੀਸਟ ਡੈਮੋਕ੍ਰੇਸੀ ਲਈ ਤੇ ਪੰਜਾਬ ਲਈ ਨੁਕਸਾਨਦਾਇਕ ਆ। ਆਪਣੇ ਪਰਿਵਾਰਾਂ ਲਈ ਭਾਵੇਂ ਇਹ ਠੀਕ ਹੋ ਜਾਣਗੇ, ਪਰ ਪਰਿਵਾਰਾਂ ਨੂੰ ਹੁਣ ਸਰਦਾਰ ਸਾਹਿਬ ਇਹ ਰਲੇਵਾਂ ਜਿਹੜਾ ਰਲੇਵਾਂ ਇਹ ਆਪ ਨੂੰ ਰੋਕਣ ਲਈ 17 ਚ ਹੋਇਆ, ਜਾਂ ਰਲੇਵਾਂ ਪਹਿਲਾਂ ਹੀ ਜਿਹੜੀਆਂ ਅੰਗਲੀਆਂ ਸੰਗਲੀਆਂ ਟੱਬਰਾਂ ਦੀਆਂ ਹੀ ਪਿਛਲੇ 40-50 ਸਾਲ ਦੀਆਂ ਨੇ? ਬੇਸਿਕਲੀ ਦੇਖੋ ਮੈਨੂੰ ਕਹਿਣ ਲੱਗਦਾ ਹੁੰਦਾ ਵੀ ਪਾਵਰ 'ਚ ਰਹਿਣਾ ਚਾਹੁੰਦੇ ਆ, ਤੇ ਪਾਵਰ 'ਚ ਰਹਿਣ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਪਰ ਜਿਹੜੀਆਂ ਬੇਸਿਕਲੀ ਸਾਡੀਆਂ ਬੇਸਿਕ ਪੈਰਾਮੀਟਰਸ ਆ ਉਹਨੂੰ ਤਾਂ ਬੇਸਿਕਲੀ ਅਸੀਂ ਫੁਲਫਿਲ ਕਰਦੇ ਰਹੀਏ। ਇਹ ਤਾਂ ਹੈ ਨਹੀਂ ਗਾ ਕਿ ਜੇ ਕੋਈ ਗਲਤ ਕੰਮ ਵੀ ਕਰੇ ਤਾਂ ਫਿਰ ਅਸੀਂ ਉਹਨੂੰ ਵੀ ਕਹੀਏ ਵੀ ਹਾਂ ਵੀ ਇਹ ਬੜਾ ਠੀਕ ਹੈਗਾ। ਭਾਵੇਂ ਜਿੰਨਾ ਵੀ ਕੋਈ ਲੁੱਟਦਾ ਰਹੇ, ਜਿੰਨਾ ਵੀ ਜੋ ਮਰਜ਼ੀ ਕਰਦਾ ਰਹੇ, ਐਂਡ ਆਫ ਦਾ ਡੇ ਇਹ ਥੋੜ੍ਹੀ ਆ ਕਿ ਪੰਜਾਬ ਦੇ ਮੰਨ ਲਓ ਜੇ 50-50, 100-100 ਬੰਦੇ ਅਮੀਰ ਹੋ ਜਾਣ ਤੇ ਬਾਕੀ ਸਾਰਾ ਪੰਜਾਬ ਗਰੀਬ ਹੋ ਜਾਵੇ। ਸਰ ਪ੍ਰਗਟ ਸਿੰਘ ਜੀ, ਇੱਕ ਮੈਂ ਪਾਵਰ ਦੀ ਗੱਲ ਹੁਣ, ਕਿਉਂਕਿ ਮੈਨੂੰ ਉਹ ਕਹਿੰਦਾ ਖੂਹ ਦਾ ਡੱਡੂ, ਦੂਜੇ ਨੂੰ ਕਹਿੰਦਾ ਕਿੱਡਾ ਕੁ ਹੁੰਦਾ ਸਮੁੰਦਰ, ਉਹ ਇੱਕ ਤੋਂ ਛਾਲ ਦੂਜੇ ਤੋਂ ਛਾਲ, ਉਹ ਕਹਿੰਦਾ ਐਡੋਂ ਵੱਡਾ ਨਹੀਂ ਹੋ ਸਕਦਾ, ਮੌਣ ਦੇ ਵਿੱਚੇ ਫਿਰਦਾ। ਤੁਸੀਂ ਇਸ ਸਿਸਟਮ ਨੂੰ
ਇੱਕ ਚਲੋ ਸਪੋਰਟਸ ਤੋਂ ਬਾਅਦ ਪੁਲਿਸ ਅਫੀਸਰ ਦੇ ਤੌਰ ਤੇ MLA 2 ਟਰਮਾਂ 'ਚ ਦੇਖ ਲਿਆ। ਅੱਛਾ ਮੈਨੂੰ ਇਉਂ ਦੱਸਿਓ, ਇੱਕ ਸਵਾਲ ਆ ਇਹ, ਮੈਂ ਇਸ ਨੂੰ ਕਰਾਂ ਕਿ ਚੀਫ ਮਿਨਿਸਟਰ ਕੋਲ ਕਿੰਨੀ ਪਾਵਰ ਹੈ? ਜੇ ਸਰਦਾਰ ਪ੍ਰਗਟ ਸਿੰਘ ਮੁੱਖ ਮੰਤਰੀ ਪੰਜਾਬ ਦੇ ਬਣਦੇ ਨੇ, ਸੁਹਿਰਦ ਦੇ ਤੌਰ ਤੇ ਪੰਜਾਬ ਦੀ ਕਾਇਆ ਕਲਪ ਜਿਹੜੀ ਇੱਕ ਟਰਮ 'ਚ ਹੋ ਸਕਦੀ ਹੈ ਜੀ, ਇੰਨੀ CM ਕੋਲ ਪਾਵਰ ਹੈ ਇੰਨੀ? ਦੇਖੋ ਮੈਨੂੰ ਐਂ ਲੱਗਦਾ ਵੀ ਜੇ ਕੋਈ ਬੰਦਾ ਕੰਮ ਕਰਨ ਵਾਲਾ ਹੋਵੇ ਤਾਂ ਉਹ ਇਕੱਲਾ ਬੰਦਾ ਨਹੀਂ ਕਰ ਸਕਦਾ। ਬੇਸਿਕਲੀ ਦੇਖੋ ਸਿਸਟਮ ਨੂੰ ਰਨ ਕਰਨ ਲਈ ਯੂ ਰਿਕੁਆਇਰਡ ਬਿਊਰੋਕਰੈਟਸ, ਯੂ ਰਿਕੁਆਇਰਡ ਟੈਕਨੋਕਰੈਟਸ, ਯੂ ਰਿਕੁਆਇਰਡ ਇਕੋਨੋਮਿਸਟ, ਯੂ ਰਿਕੁਆਇਰਡ ਬੇਸਿਕਲੀ ਇੰਟੈਲੀਜੈਂਸੀਆ, ਕਿਉਂਕਿ ਹਰ ਸਬਜੈਕਟ ਤੇ ਇੰਟੈਲੀਜੈਂਸ ਦੀ ਜ਼ਰੂਰਤ ਹੈਗੀ ਆ। ਸੋ ਇਟ ਇਜ਼ ਨਾਟ ਕਿ ਹਾਂ ਵੀ ਇੱਕ ਬੰਦਾ ਕੋਈ ਸੁਪਰ ਹਿਊਮਨ ਬੀਇੰਗ ਤਾਂ ਹੈ ਨਹੀਂਗਾ, ਬਟ ਸਾਡੇ ਸਿਸਟਮ ਨੇ ਇਦਾਂ ਦਾ ਜਨਰੇਟ ਕਰ ਦਿੱਤਾ ਜਿਹਦੇ ਵਿੱਚ ਬੇਸਿਕਲੀ ਉਸ ਬੰਦੇ ਨੂੰ ਇੱਕ ਡੈਮੀ ਗੋਡ ਦੀ ਤਰ੍ਹਾਂ ਪੇਸ਼ ਕਰ ਦਿੱਤਾ ਕਿ ਹਾਂ ਵੀ ਨਾ ਤਾਂ ਤੁਹਾਡੇ ਵਰਗਾ ਪੈਦਾ ਹੀ ਹੋਇਆ ਤੇ ਨਾ ਗਾਂ ਪੈਦਾ ਹੋਣਾ ਹੀ। ਬਟ ਮੈਂ ਇਸ ਗੱਲ ਨਾਲ, ਕਿਉਂਕਿ ਦੇਖੋ ਡੈਮੋਕ੍ਰੇਸੀ ਸਾਨੂੰ ਬੇਸਿਕਲੀ ਉਹਦਾ ਥਾਟ ਪ੍ਰੋਸੈਸ ਬਦਲਣਾ ਪਊਗਾ। ਇਟ ਹੈਜ਼ ਟੂ ਬੀ ਏ ਕਲੈਕਟਿਵ ਐਫਰਟ, ਇਟ ਹੈਜ਼ ਟੂ ਬੀ ਏ ਟੀਮ ਆਫ ਗੁੱਡ ਪੀਪਲ ਜਿਹੜੇ ਚੰਗੀ ਸੋਚ ਰੱਖਦੇ ਹੈਗੇ ਆ, ਕਲੈਕਟਿਵ ਸੋਚ ਰੱਖਦੇ ਆ। ਅੱਛਾ ਕਿਉਂਕਿ ਹੁਣ ਐਗਰੀਕਲਚਰਿਸਟ ਹੈ, ਮੈਨੂੰ ਕੱਲ ਕੇ ਪਰਸੋਂ ਦੀ ਗੱਲ ਹੈਗੀ ਆ, ਮੈਂ ਇੱਥੇ ਇੱਕ ਪ੍ਰਾਈਮ ਏਸ਼ੀਆ ਤੇ ਇੰਟਰਵਿਊ ਦਿੱਤੀ ਸੀ, ਉਹਦੇ ਤੋਂ ਬਾਅਦ ਮਿਸਟਰ ਸਿੱਧੂ ਆ ਕੋਈ ਵਰਲਡ ਬੈਂਕ ਦੇ ਵਿੱਚ ਐਗਰੀਕਲਚਰ ਸੈਕਟਰ ਨੂੰ ਹੈਡ ਕਰਦੇ ਆ। ਫਿਰ ਉਹਨਾਂ ਨੇ ਕਿਤੇ ਮੇਰੇ ਨਾਲ ਫੋਨ ਲੱਭ ਕੇ ਤਾਂ ਮੇਰੇ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਵੀ ਪ੍ਰਗਟ, ਉਹਨਾਂ ਨੇ ਕਿਤੇ ਮੇਰੇ ਖਿਆਲ 1967 ਦੇ ਵਿੱਚ BSc ਐਗਰੀਕਲਚਰ ਕੀਤੀ ਸੀ PAU ਤੋਂ, ਫਿਰ MSc ਕੀਤੀ, ਫਿਰ PhD ਕੀਤੀ ਆਸਟ੍ਰੇਲੀਆ ਤੋਂ। ਸੋ ਉਹ ਹੁਣ ਵਰਲਡ ਬੈਂਕ ਨੂੰ ਬੇਸਿਕਲੀ ਹੈਡ ਕਰ ਰਹੇ ਹੈਗੇ ਆ ਐਗਰੀਕਲਚਰ ਸੈਕਟਰ ਲਈ। ਸੋ ਸਾਡੇ ਕੋਲ ਏਦਾਂ ਦੇ ਬੰਦੇ ਬੈਠੇ ਆ ਜਿਹੜੇ ਜਿਨ੍ਹਾਂ ਦਾ ਪੈਸ਼ਨ ਵੀ ਹੈਗਾ ਆ, ਜਿਹੜੇ ਸ਼ਾਮ ਨੂੰ ਪੰਜਾਬ ਲਈ ਸੋਚਦੇ ਵੀ ਆ। ਤੇ ਉਹ ਮੈਨੂੰ ਕਹਿੰਦੇ ਪ੍ਰਗਟ ਯਾਰ ਮੈਂ ਬੜੀ ਦੇਰ ਬਾਅਦ ਏਦਾਂ ਦੀਆਂ ਗੱਲਾਂ ਸੁਣੀਆਂ ਕਿਸੇ ਪੋਲੀਟੀਸ਼ੀਅਨ ਤੋਂ ਕਿ ਯਾਰ ਕੁਛ ਕਰੋ, ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਪੰਜਾਬ ਲਈ ਕੁਛ ਨਾ ਕੁਛ ਕੰਟਰੀਬਿਊਟ ਕਰੀਏ। ਜੇ ਸਾਡੇ ਕੋਲ ਇੰਨਾ ਟੈਕਨੋਕਰੈਟਸ ਬਾਹਰ ਬੈਠਾ ਹੈਗਾ, ਇੰਨਾ ਇੰਟੈਲੀਜੈਂਸੀਆ ਸਾਨੂੰ ਸਪੋਰਟ ਕਰਨ ਲਈ ਬੈਠਾ ਐਂਡ ਫ੍ਰੀ ਆਫ ਕੋਸਟ ਸਪੋਰਟ ਕਰਨ ਲਈ ਬੈਠਾ, ਤਾਂ ਫਿਰ ਸਾਨੂੰ ਉਹਨਾਂ ਦੀ ਬੇਸਿਕਲੀ ਕਿਉਂ ਨਹੀਂ ਸਰਵਿਸਿਜ਼ ਲੈਣੀਆਂ ਚਾਹੀਦੀਆਂ? ਅਸੀਂ ਕਹੀਏ ਹੱਥ ਅੱਡ ਕੇ ਵੀ ਹਾਂ ਵੀ ਅਸੀਂ ਬਾਹਾਂ ਲਾਰ ਕੇ ਕਹੀਏ ਵੀ ਆਓ ਯਾਰ ਪੰਜਾਬ ਨੂੰ ਆਪਾਂ ਠੀਕ ਕਰੀਏ, ਗੱਲ ਕਿੰਨੀ ਚਾਹੀਦੀ ਆ। ਸਵਾਲ ਲੈ ਲਈਏ ਜੀ ਇੱਕ ਸ਼ਾਹ ਮਕੰਦ ਸਿੰਘ ਜੀ ਗਿੱਲ ਸਾਹਿਬ, ਲਾਈਨ ਨੰਬਰ 3। ਤੁਹਾਨੂੰ ਤੇ ਸਾਹਿਬ ਪ੍ਰਗਟ ਸਿੰਘ ਨੂੰ ਬਹੁਤ ਸਤਿਕਾਰ ਸਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਸਾਹਿਬ ਪ੍ਰਗਟ ਸਿੰਘ, ਮੈਂ ਤੁਹਾਡੇ ਸਾਰੇ ਵਿਚਾਰ ਸੁਣੇ ਆ, ਬਿਲਕੁਲ ਥੋੜੀਆਂ ਬਹੁਤ ਸਾਰੀਆਂ ਗੱਲਾਂ ਤਾਂ ਮੈਂ ਸਿਰਫ ਇੱਕ ਇਹ ਕਹਿਣਾ ਹੈ ਕਿ ਸਭ ਤੋਂ ਵੱਡਾ ਬੰਦੇ ਨੂੰ ਹੱਕ ਹੁੰਦਾ ਹੈ ਜ਼ਿੰਦਗੀ ਜਿਉਣ ਦਾ। ਔਰ ਮੈਂ ਸਾਰੇ ਪਿਛਲੇ ਸਮੇਂ 'ਚ ਸਾਡੇ ਇੱਥੇ ਕੈਨੇਡਾ ਜੇ ਕਿਸੇ ਪੁਲਿਸ ਦੇ ਗ੍ਰਿਫਤਾਰੀ ਦੇ ਵਿੱਚ ਉਹਦੀ ਮੌਤ ਹੋ ਜਾਂਦੀ, ਇੰਡੀਪੈਂਡੈਂਟ ਇਨਕੁਆਇਰੀ ਉਦੋਂ ਸ਼ੁਰੂ ਹੋ ਜਾਂਦੀ ਬਿਨਾਂ ਡਿਮਾਂਡ ਤੋਂ। ਕਿ ਅਸੀਂ ਸਾਡੇ ਹਜ਼ਾਰਾਂ ਮੁੰਡੇ, ਲੱਖਾਂ, ਮੈਂ ਤਾਂ ਹਜ਼ਾਰਾਂ ਦੀ ਗਿਣਤੀ ਦੀ ਗੱਲ ਕਰਦਾ ਹੈ, ਝੂਠੇ ਮੁਕਾਬਲੇ ਸਭ ਨੂੰ ਪਤਾ ਅਖਬਾਰਾਂ 'ਚ ਧਮਕਾਉਂਦੇ ਰਹੇ ਵਿੱਚ। ਜਿਹੜੀ ਸਾਡੀ ਕੋਈ ਇੱਕ ਨਵੀਂ ਆਪ ਇੱਕ ਜਿਹੜੇ DGP ਰਹੇ ਉਹਨੇ ਆਪਦੀ ਸਾਈਡਾ ਬਣਾ ਲਈ ਸੀ, ਅੱਜ ਉਹਨਾਂ ਦਾ ਦੇਹਾਂਤ ਹੋ ਗਿਆ। ਠੀਕ ਹੈ, ਇਹ ਪਰਮਾਤਮਾ ਦੇ ਵਾਸਤੇ ਹੈ, ਪਰ ਕੀ ਹੈ ਉਹਨਾਂ ਨੂੰ ਸਾਰਾ ਕੁਛ ਹੁੰਦੇ। ਅਸੀਂ ਪੰਜਾਬ ਦੇ ਸਭ ਤੋਂ ਵੱਡਾ ਤਾਂ ਇਹ ਹੈ ਕਿ ਜਿੱਥੇ ਕੋਈ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲੇ, ਅਦਾਲਤਾਂ ਦੇਣ ਤੇ ਕਿਸੇ ਨੂੰ ਝੂਠੇ ਮੁਕਾਬਲੇ ਮਾਰਿਆ ਨਾ ਜਾਵੇ। ਇਹ ਹਿੰਦੁਸਤਾਨ ਲੈਵਲ ਤੇ ਚੱਲ ਰਿਹਾ, ਜੇ ਗਊ ਲਈ ਜਾਂਦਾ ਉਹਨੂੰ ਮਾਰ ਦੋ। ਨੰਬਰ 1 ਤਾਂ ਮੈਂ ਇਹ ਕਹਿਣਾ ਕਿ ਸਭ ਤੋਂ ਵੱਡੀ ਡਿਮਾਂਡ ਇਹ ਚਾਹੀਦੀ ਹੈ ਸਾਰੀਆਂ ਪਾਰਟੀਆਂ ਦੀ ਕਿ ਜੋ ਵੀ ਬੰਦਾ ਪੁਲਿਸ ਦੇ ਹਰਾਸ 'ਚ ਮੌਤ ਹੁੰਦੀ ਹੈ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਕਰਾਈ ਜਾਵੇ। ਦੂਜੀ ਗੱਲ, ਜਿਹੜਾ ਕਰਜ਼ਾ ਸਿਰ ਹੈ, ਅਸੀਂ ਕੋਈ ਤਰੱਕੀ ਨਹੀਂ ਕਰ ਸਕਦੇ। ਜਿਹੜਾ ਕਰਜ਼ਾ ਬਹੁਤਾ ਹੈ ਸਾਹਿਬ ਪ੍ਰਗਟ ਸਿੰਘ, ਬਹੁਤਾ ਚੜਿਆ ਜਦੋਂ ਸੈਂਟਰ ਨੇ ਆਪਦੀਆਂ ਫੋਰਸਾਂ ਭੇਜੀਆਂ ਸੀ ਜਿਹਨੂੰ ਅਸੀਂ ਅੱਤਵਾਦ ਦਾ ਸਮਾਂ ਕਹਿੰਦੇ ਹਾਂ, ਉਹ ਸੈਂਟਰ ਨੇ ਕੰਟਰੋਲ ਕਰਨਾ ਦੇ ਵਿੱਚ ਗਵਰਨਰ ਰਾਜੇ ਹੈ। ਉਹ ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ ਉਹ ਆ, ਇਹਨੂੰ ਲਾਉਣ ਦੀ ਤੇ ਜਾਂ ਇਹਨੂੰ ਜਿਵੇਂ ਕਿਰਾ ਕਹਿੰਦੇ ਸੀ ਪ੍ਰਧਾਨ ਮੰਤਰੀ ਪੰਜਾਬ ਦਾ ਬਣਿਆ ਸੀ, ਉਹਨੇ ਕਹਿੰਦੇ ਮਾਫ ਕਰਤੇ, ਹੋਇਆ ਜਾਂ ਨਹੀਂ ਹੋਇਆ। ਸਾਨੂੰ 5-4 ਗੱਲਾਂ ਜਿਹਨੂੰ ਅਸੀਂ ਮਿਨੀਮਮ ਡਿਮਾਂਡ ਕਹਿੰਦੇ ਆ, ਘੱਟੋ ਘੱਟ ਕਮ ਸੇ ਕਮ ਮੈਂ ਪੰਜਾਬ ਲਈ ਇਹ ਜ਼ਰੂਰ ਕਹਿੰਦਾ ਕਿ ਇੰਨਾ ਕੁਛ ਕਰ ਦਈਏ ਅਸੀਂ ਕਿ ਕਰਜ਼ਾ ਮਾਫ ਹੋ ਜਾਏ। ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੁੱਢਲੀਆਂ ਡਿਮਾਂਡ ਹੈ, ਜਿਵੇਂ ਬਿਜਲੀ ਹੈ, ਬਿਜਲੀ ਲਈ
ਕੱਲਾ ਪ੍ਰਬੰਧ ਕਰ ਰਿਹਾ, ਇਹਨੂੰ ਪ੍ਰਾਈਵੇਟ ਹੱਥਾਂ 'ਚ ਕਿਉਂ ਨਾ ਸਰਕਾਰੀ ਕੰਟਰੋਲ ਰਹੇ। ਪੁੱਛਦੇ ਹਾਂ ਸਰਦਾਰ ਮਕੰਦ ਸਿੰਘ ਜੀ। ਅੱਛਾ ਸਰਦਾਰ ਸਾਹਿਬ, ਮੇਰੇ ਕੋਲ ਸਮਾਂ ਘਟਦਾ ਜਾਂਦਾ ਹੈ, ਇਹ ਜਿਹੜੀ ਗੱਲ ਕਰਜ਼ੇ ਦੀ ਹੈ, ਤੁਸੀਂ ਦੱਸਿਆ ਵੀ ਸੀ ਕਿ ਜਦ ਸ਼ੁਰੂ ਹੋਇਆ 97 ਦਾ ਸਮਾਂ ਹੈ, ਉਸ ਸਮੇਂ ਵਾਕਈ 10,000 ਕਰੋੜ ਹੀ ਸੀ ਜੀ। ਇਹ ਅਸਲ ਫਿਗਰ ਕਦ ਹੋਈ ਆ 3 ਲੱਖ? ਦੇਖੋ 1984 ਚ ਪਹਿਲੀ ਵਾਰੀ ਸਾਡੇ ਤੇ 10 ਕਰੋੜ ਦਾ ਬੇਸਿਕਲੀ ਬਜਟ ਦੇ ਵਿੱਚ ਡੈਟ ਆਇਆ ਸੀਗਾ। ਠੀਕ ਜੀ। ਤੇ ਉਹ ਹੌਲੀ ਹੌਲੀ 2002 ਤੱਕ ਵੱਧ ਕੇ ਉਹ 18,000 ਕਰੋੜ ਹੋਇਆ। ਅੱਛਾ ਜੀ। ਤੇ 2007 ਦੇ ਵਿੱਚ ਉਹ 42,000 ਕਰੋੜ ਹੋ ਗਿਆ। ਫਿਰ 10 ਸਾਲਾਂ ਦੇ ਵਿੱਚ ਉਹ ਲਗਭਗ 2,10,000 ਕਰੋੜ ਹੋ ਗਿਆ। ਤੇ ਹੁਣ 90,000 ਕਰੋੜ ਰੁਪਇਆ ਉਹਦੇ ਵਿੱਚ ਹੁਣ ਐਡ ਆਨ ਹੋ ਗਿਆ। ਇਹ ਸਰਦਾਰ ਸਾਹਿਬ ਦੀ ਗੱਲ ਠੀਕ ਹੈਗੀ ਆ ਵੀ ਇਨੀਸ਼ੀਅਲ ਸਟੇਜ ਤੇ ਤਾਂ ਗੱਲ ਇਹ ਸੀ, ਪਰ ਉਹਦੇ ਤੋਂ ਬਾਅਦ ਅਸੀਂ ਵੀ ਦੇਖੋ ਸਾਡੇ ਵੀ ਪੋਲੀਟੀਕਲ ਸਿਸਟਮ ਨੇ ਉਹਨੂੰ ਕਾਫੀ ਲੁੱਟਿਆ ਤੇ ਖਿਲਾਰਾ ਪਾਇਆ, ਕਿਉਂਕਿ ਉਹਦੇ ਪੈਰਾਮੀਟਰ ਜਿੰਨਾ ਚਿਰ ਅਸੀਂ ਦੇਖੋ ਗੱਲ ਇਹ ਆ, ਕਰਜ਼ਾ ਲੈਣਾ ਬੜਾ ਸੌਖਾ, ਜਦੋਂ ਕਿਸੇ ਨੇ ਮੋੜਨਾ ਹੋਵੇ ਨਾ ਫਿਰ ਤਾਂ ਉਹਨੂੰ ਜਿਹੜਾ ਆ ਉਹ ਬੜਾ ਮਿਸਯੂਜ਼ ਕੀਤਾ ਜਾਂਦਾ। ਜਦੋਂ ਆਪ ਮੋੜਨਾ ਹੋਵੇ ਤਾਂ ਫਿਰ ਬੰਦਾ ਹਰ ਪਾਈ ਨੂੰ ਹਿਸਾਬ ਕਰਦਾ ਹੈਗਾ। ਕਿਉਂਕਿ ਦੇਖੋ ਦਿੱਲੀ ਵੱਲੋਂ ਆਪਾਂ ਨੂੰ ਹਵਾ ਤਾਂ ਕਦੋਂ ਠੰਡੀ ਆਉਂਦੀ ਆ, ਲੇਕਿਨ ਐਟ ਦਾ ਸੇਮ ਟਾਈਮ ਅਸੀਂ ਜੋ ਕਰਦੇ ਹਾਂ ਅਸੀਂ ਤਾਂ ਠੀਕ ਕਰੀਏ ਨਾ, ਕਿਉਂਕਿ ਅਸੀਂ ਜਦੋਂ ਨਹੀਂ ਠੀਕ ਕਰਦੇ। ਔਰ ਦੂਸਰੀ ਗੱਲ ਹੈ ਕਿ ਦੇਖੋ ਜਿਹੜੇ ਕਰੈਕਟਰ ਬਿਲਡਅਪ ਕਰਨ ਦੀ ਦੁਨੀਆ ਦੇ ਉੱਤੇ ਜਿਹੜੀ ਵੀ ਸੁਸਾਇਟੀ ਹੈਗੀ ਆ, ਜਿੱਥੇ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਰਤ ਰੱਖਦੇ ਆ, ਸਾਡੇ ਤਾਂ ਕਈ ਵਾਰੀ ਸਾਹਮਣੇ ਕੋਈ ਚੀਜ਼ਾਂ ਹੋਈਆਂ ਹੁੰਦੀਆਂ ਤੇ ਬੰਦੇ ਉੱਥੇ ਹੀ ਮੁੱਕਰ ਜਾਂਦੇ ਆ। ਮੈਂ ਇਹ ਨਹੀਂ ਕਹਿੰਦਾ ਵੀ ਐਕਚੁਅਲੀ ਸਿਸਟਮ ਦੀ ਵੀ ਬਹੁਤ ਵੱਡੀ ਸਮੱਸਿਆ ਹੈਗੀ ਆ, ਪਰ ਇਹ ਸਿਸਟਮ 1861 ਦਾ ਪੁਲਿਸ ਰੂਲ ਇੰਗਲੈਂਡ ਦੇ ਵਿੱਚ ਵੀ ਹੈਗਾ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਹੈਗੀ ਆ ਕਿਉਂਕਿ ਉੱਥੇ ਕਿਰਦਾਰ ਹਜੇ ਜੀਂਦੇ ਆ। ਬਿਲਕੁਲ ਠੀਕ ਹੈ। ਇੱਕ ਸਵਾਲ ਲੈ ਲਈਏ ਜੀ ਆਖਰ ਦੇ ਵਿੱਚ, ਸਰਦਾਰ ਜਸਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ, ਮੈਂ ਤੁਹਾਨੂੰ ਸਾਰੇ ਐਪੀਸੋਡ ਸੁਣੇ ਨੇ। ਮੇਰੇ 2 ਸਵਾਲ ਨੇ ਜੀ। ਤੁਹਾਡੇ ਉਦਮ ਦੀ ਸ਼ਲਾਘਾ ਕਰਦਾ ਮੈਂ, ਉਹਦੇ ਲਈ ਧੰਨਵਾਦ, ਔਰ ਤੁਸੀਂ ਚੜ੍ਹਦੀ ਕਲਾ ਚ ਰਹੋ, ਪਹਿਲਾਂ ਅਰਦਾਸ ਕਰਦਾ ਜੀ। ਪਹਿਲਾ ਸਵਾਲ ਇਹ ਹੈ ਕਿ ਤੁਸੀਂ ਇਹ ਮੰਨਦੇ ਹੋ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਿੰਨੀ ਦੇਰ ਤਬਦੀਲੀ ਨਹੀਂ ਆਉਂਦੀ ਉਨੀ ਦੇਰ ਇਹਦਾ ਕੋਈ ਸਾਧਨ ਬਣਨ ਦੇ ਚਾਂਸਸ ਘੱਟ ਨੇ ਜੀ। ਇਹ ਤਬਦੀਲੀ ਲਿਆਉਣ ਦੀ ਖਾਤਰ ਤੁਹਾਡੇ ਵਰਗੇ ਸਰਹੱਦ ਬੰਦਿਆਂ ਨੇ ਪੰਜਾਬ ਦੇ ਜਿਹੜਾ ਘਰ ਲੈਵਲ ਤੇ ਕਹਿ ਲਓ ਰੂਟ ਲੈਵਲ ਦੇ ਉੱਤੇ ਕੋਈ ਪ੍ਰੋਗਰਾਮ ਆਰੰਭਿਆ, ਜੇ ਨਹੀਂ ਆਰੰਭਿਆ ਤਾਂ ਤਬਦੀਲੀ ਦੇ ਕੀ ਚਾਂਸ ਨੇ ਜੀ। ਦੂਸਰਾ ਸਵਾਲ ਮੇਰਾ ਇਹ ਹੈ ਵੀ ਜਿਹੜਾ ਕੁਝ ਪੰਜਾਬ 'ਚ ਵਿਚਰ ਰਿਹਾ, ਕੀ ਇਹਦੇ ਵਿੱਚ ਬਹੁਤ ਆਪ ਵਿੱਚ ਸੈਂਟਰ ਦੀ ਪਾਲਿਸੀ ਦਾ ਵੱਡਾ ਹਿੱਸਾ ਨਹੀਂ ਕਿ ਪੰਜਾਬ ਏਦਾਂ ਦਾ ਰਹੇ? ਧੰਨਵਾਦ ਤੁਹਾਡਾ। ਲਓ ਜੀ, ਅਖੀਰ ਦੇ ਵਿੱਚ ਸਮ ਅਪ ਵੀ ਕਰ ਦਿਓ ਤੇ ਸਵਾਲਾਂ ਦਾ ਜਵਾਬ ਵੀ ਦੇ ਦਿਓ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਦੇਖੋ ਇਹ ਚਾਹੁੰਦੇ ਆ ਜਿਹੜਾ ਖਾਸ ਕਰਕੇ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਹੈਗੀ ਆ ਵੀ ਹਾਂ ਵੀ ਪੰਜਾਬ ਕਿਤੇ ਨਾ ਕਿਤੇ ਏਦਾਂ ਦੀ ਸਥਿਤੀ ਦੇ ਵਿੱਚੋਂ ਗੁਜ਼ਰਦਾ ਹੀ ਰਹੇ, ਬਟ ਇਹ ਤਾਂ ਸਾਨੂੰ ਖੁਦ ਸੁਹਿਰਦ ਹੋਣ ਦੀ ਜ਼ਰੂਰਤ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕਈ ਵਾਰੀ ਸਾਡੇ ਗੁਆਂਢੀ ਰਾਜਾਂ ਨੂੰ ਬੇਸਿਕਲੀ ਫਾਈਨੈਂਸ਼ੀਅਲ ਪੈਕੇਜ ਦਿੱਤੇ ਜਾਂਦੇ ਆ, ਇੰਡਸਟਰੀਅਲ ਪੈਕੇਜ ਦਿੱਤੇ ਜਾਂਦੇ ਆ, ਬਟ ਐਟ ਦਾ ਸੇਮ ਟਾਈਮ ਅਸੀਂ ਆਪ ਜੋ ਕਰ ਸਕਦੇ ਹਾਂ ਜਦੋਂ ਅਸੀਂ ਘਰੋਂ ਚੀਜ਼ਾਂ ਕੁਛ ਲੈ ਕੇ ਤੁਰਦੇ ਹਾਂ, ਕਿਉਂਕਿ ਦੇਖੋ ਦੂਸਰਿਆਂ ਰਾਜਾਂ ਦੇ ਵਿੱਚ ਵੀ ਇਹ ਹੋਇਆ ਹੈਗਾ, ਚਾਹੇ ਤੁਸੀਂ ਹੈਦਰਾਬਾਦ ਦੀ ਗੱਲ ਕਰ ਲਓ, ਚਾਹੇ ਬੰਗਾਲ ਦੀ ਗੱਲ ਕਰ ਲਓ, ਚਾਹੇ ਤਾਮਿਲਨਾਡੂ ਦੀ ਗੱਲ ਕਰ ਲਓ, ਲੇਕਿਨ ਉਹਨਾਂ ਨੇ ਆਪਣੇ ਘਰ ਲਈ ਦੇਖੋ ਹੋਇਆ ਕਿ ਉਹਨਾਂ ਨੇ ਆਪਣੇ ਘਰ ਨੂੰ ਸਟਰੈਂਥਨ ਰੱਖਿਆ ਤੇ ਜੋ ਵੀ ਸੈਂਟਰ ਨਾਲ ਜਦੋਂ ਵੀ ਜਿੱਦਾਂ ਦੀ ਸਰਕਾਰਾਂ ਵੀ ਆਈਆਂ ਉਦਾਂ ਦੀ ਬਾਰਗੇਨ ਕਰਕੇ ਤਾਂ ਉਹਨਾਂ ਨੇ ਆਪਣੇ ਸੂਬੇ ਨੂੰ ਇੰਟੈਕਟ ਰੱਖਿਆ। ਅਸੀਂ ਆਪਣੇ ਨਿੱਜੀ ਫਾਇਦੇ ਲਈ ਅਸੀਂ ਆਪਣੇ ਸੂਬੇ ਵੀ ਬੇਸਿਕਲੀ ਜੋ ਜਿੱਥੇ ਵੀ ਚੀਜ਼ਾਂ ਛੱਡ ਸਕਦੇ ਸੀ ਉਹ ਛੱਡਦੇ ਹਾਂ, ਕਿਉਂਕਿ ਉਹਦੀ ਐਗਜ਼ਾਮਪਲ ਜਿਹੜੀ ਆ ਸਾਡਾ ਬੇਸਿਕਲੀ ਜਦੋਂ ਪਾਣੀਆਂ ਦੀ ਅਸੀਂ ਵੰਡ ਅਸੀਂ ਉਦੋਂ ਧਿਆਨ ਨਹੀਂ ਕੀਤਾ। ਅੱਛਾ, ਜਦੋਂ ਅਸੀਂ ਬੇਸਿਕਲੀ ਹਰੀ ਕ੍ਰਾਂਤੀ ਦੀ ਗੱਲ ਕੀਤੀ ਆ ਅਸੀਂ ਉਦੋਂ ਲੌਂਗ ਟਰਮ ਤੇ ਸੋਚਿਆ ਨਹੀਂ, ਅਸੀਂ ਪੈਸਟੀਸਾਈਡ ਇੰਨੀਆਂ ਯੂਜ਼ ਕਰਨ ਲੱਗ ਪਏ। ਕਿਉਂਕਿ ਦੇਖੋ ਸਾਡਾ ਵੀ ਜਿਹੜਾ ਕਮਰਸ਼ੀਅਲ ਐਂਗਲ ਆ ਜਾਂ ਸਾਡਾ ਵੀ ਪੰਜਾਬੀਆਂ ਦਾ ਰਾਤੋਂ ਰਾਤ ਅਮੀਰ ਬਣਨ ਦਾ ਨਜ਼ਰੀਆ ਜਿਹੜਾ ਹੈਗਾ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਕਿਤੇ ਨਾ ਕਿਤੇ ਜਿੱਥੇ ਉਹ ਕਿਤੇ ਫਾਇਦਾ ਦਿੰਦੀਆਂ ਤੇ ਉਹਨਾਂ ਹੀ ਨੁਕਸਾਨ ਵੀ ਓਨਾ ਹੀ ਕਰਦੀਆਂ ਹੈਗੀਆਂ। ਕਈ ਵਾਰੀ ਮਿੱਠਾ ਜਿਹੜਾ ਆ ਉਹ ਫਾਇਦਾ ਵੀ ਦੇ ਜਾਂਦਾ ਤੇ ਨੁਕਸਾਨ ਵੀ ਉਦੋਂ ਵੱਧ ਕਰ ਜਾਂਦਾ। ਸੋ ਇਸ ਕਰਕੇ ਸਾਡੀਆਂ ਆਪਣੀਆਂ ਹੈਬਿਟਸ ਵੀ ਜਿਹੜੀਆਂ ਹੈਗੀਆਂ, ਮੈਂ ਨਹੀਂ ਕਹਿੰਦਾ ਕਿਉਂਕਿ ਉਹ ਜਿਹੜੀਆਂ ਫੈਡਰਲ ਪਾਲਿਸੀ ਆ ਉਹਦੇ ਲਈ ਸਾਨੂੰ ਇਕੱਠੇ ਹੋ ਕੇ ਲੜਨਾ ਪਊਗਾ, ਪਰ ਪੰਜਾਬੀ ਇਕੱਠੇ ਕਿੱਥੇ ਹੁੰਦੇ ਆ? ਪੰਜਾਬੀ ਤਾਂ ਕਹਿੰਦੇ ਆ ਵੀ ਮੈਨੂੰ ਬਣਾ ਕੇ ਦਿਓ
ਤੇ ਬਾਕੀ ਦੇਖਿਓ ਫਿਰ ਮੈਂ ਅੱਛਾ ਜਦੋਂ ਅਸੀਂ ਇੱਕ ਢਾਂਚਾ ਹੀ ਬੇਸਿਕਲੀ ਉਹ ਉਦਾਂ ਦਾ ਨਹੀਂ ਤਿਆਰ ਕਰ ਰਹੇ ਤਾਂ ਅਸੀਂ ਅਲਟੀਮੇਟਲੀ ਉਹਦੇ ਤੋਂ ਗਾਂਹ ਕਿੱਦਾਂ ਵੱਧ ਜਾਵਾਂਗੇ। ਸੋ ਸਮੇਂ ਦੀ ਜ਼ਰੂਰਤ ਹੈਗੀ ਆ ਤੇ ਪੰਜਾਬੀਆਂ ਨੂੰ ਵਰਲਡ ਓਵਰ ਵੀ ਦੇਖੋ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ NRI ਦੁਨੀਆ ਦੇ ਉੱਤੇ NRIs ਹਰ ਪਿੰਡ ਦਾ ਕਿਤੇ ਨਾ ਕਿਤੇ ਬਾਹਰ ਬੈਠਾ ਜੀ ਔਰ ਬਾਹਰ ਜਾਣ ਦਾ ਮਤਲਬ ਇਹ ਹੋਇਆ ਕਿ ਉਹਨਾਂ ਕੋਲ ਵਰਲਡ ਦੀ ਦੋਨਾਂ ਕੰਟਰੀਆਂ ਦੀ ਨੌਲੇਜ ਆ ਜੀ। ਇੱਥੇ ਵਾਲਾ ਰਾਜਪੁਰੇ ਤੋਂ ਗਾਂਹ ਨਹੀਂ ਲੰਘਿਆ ਉਹ ਇਹ ਤਾਂ ਹੈ ਸੋਸ਼ਲ ਮੀਡੀਆ ਤੇ ਤਾਂ ਕਈ ਕੁਛ ਕਹਿਣ ਲੱਗ ਪਿਆ ਬਟ ਐਟ ਦਾ ਸੇਮ ਟਾਈਮ ਜੇ ਉਹਨੂੰ ਕਹੀਏ ਪ੍ਰੈਕਟੀਕਲ ਨੌਲੇਜ ਹੈਗੀ ਆ ਉਹਨੂੰ ਨਹੀਂ ਹੈਗੀ ਤੇ ਜੇ ਆਪਣੇ ਆਪਣੇ ਪਿੰਡ ਨੂੰ ਇਹ ਕਿਤੇ ਬਿਲਕੁਲ ਠੀਕ ਈਵਨ ਹੁਣ ਵੀ ਇਸ ਇਲੈਕਸ਼ਨਾਂ ਦੇ ਵਿੱਚ ਵੀ ਮੈਂ ਕਹਿੰਦਾ ਚਲੋ ਜੇ ਕਿਸੇ ਕੋਈ ਪਾਰਟੀ ਜਿਹੜਾ ਮਕੈਨਿਜ਼ਮ ਆ ਪੰਜਾਬ ਪ੍ਰਤੀ ਨਹੀਂ ਬਣਦਾ ਰੀਜਨਲ ਲੈਵਲ ਤੇ ਨਹੀਂ ਬਣਦਾ ਤੇ ਕਮ ਸੇ ਕਮ ਇੰਨਾ ਕਰ ਸਕਦੇ ਆ ਵੀ ਉਹ ਜਿਹੜੇ 3 ਜਾਂ 4 ਕੈਂਡੀਡੇਟ ਖੜੇ ਹੋਣਗੇ ਉਹਨਾਂ 'ਚ ਜਿਹੜਾ ਸਾਫ਼ ਸੁਥਰਾ ਬੰਦਾ ਆ ਉਹਨੂੰ ਜਿਤਾਓ ਤਾਂ ਕਿ ਹੌਲੀ ਹੌਲੀ ਹੋਊਗਾ ਕਿ ਪੋਲੀਟੀਕਲ ਪਾਰਟੀਆਂ ਇਸ ਗੱਲ ਨੂੰ ਸੋਚਣ ਲਈ ਮਜਬੂਰ ਹੋਣਗੀਆਂ ਕਿ ਅਸੀਂ ਚੰਗੇ ਬੰਦੇ ਜਿਹੜੇ ਆ ਉਹ ਸਿਸਟਮ ਦੇ ਵਿੱਚ ਲਿਆਉਣੇ। ਜਦੋਂ ਚੰਗੇ ਬੰਦੇ ਆ ਜਾਣਗੇ ਇਹ ਅਕ੍ਰੋਸ ਦਾ ਪਾਰਟੀ ਲਾਈਨ ਜਿਹੜੀਆਂ ਉਹ ਸਾਫ਼ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਚੰਗੀ ਕੰਮ ਆਟੋਮੈਟਿਕਲੀ ਹੋਣੇ ਸ਼ੁਰੂ ਹੋ ਜਾਣਗੇ। ਧੰਨਵਾਦ ਬਾਈ ਜੀ। ਸਮਾਂ ਮੇਰੇ ਕੋਲ ਖਤਮ ਹੋ ਗਿਆ। 5 ਸੈਗਮੈਂਟਸ ਆਪਾਂ ਕੀਤੀਆਂ 1.5 ਘੰਟੇ ਦੇ ਕਰੀਬ 150 ਮਿੰਟ ਆਲਮੋਸਟ 2.25 ਘੰਟੇ ਆਪਾਂ ਗੱਲਬਾਤ ਕੀਤੀ। ਤੁਸੀਂ ਔਨ ਟਾਈਮ ਰਹੇ 5 ਦਿਨ ਤੁਹਾਡੀ ਕਮਿਟਮੈਂਟ 5 ਹਫ਼ਤੇ ਦੀ ਪੂਰੀ ਸੀ। ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਹੋਵੇਗੀ। ਆਪਾਂ ਸ਼ੁਭ ਇਛਾਵਾਂ ਨੇ ਸਾਡੀਆਂ ਤੁਹਾਡੇ ਪ੍ਰਤੀ ਤੇ ਇਸ ਪੰਜਾਬ ਦੇ ਪ੍ਰਤੀ ਤੇ ਚੜ੍ਹਦੀ ਕਲਾ 'ਚ ਰਹੋ। ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰ ਪ੍ਰਗਟ ਸਿੰਘ ਹੋਣੀ ਗੱਲਬਾਤ ਕਰਦੇ ਸੀ। ਮੈਂ ਬੇਨਤੀ ਕਰਦਾ ਰਿਹਾ 9:10 ਵੱਜ ਕੇ 20 ਮਿੰਟ ਤੋਂ ਫੋਨ ਕਰ ਲਓ ਜੀ ਫੋਨ ਕਰ ਲਓ ਜੀ ਫੋਨ ਕਰ ਲਓ ਫੋਨ ਨਹੀਂ ਕੀਤੇ। ਹੁਣ 10 ਵੱਜ ਕੇ 55 ਮਿੰਟ ਤੇ ਤੁਸੀਂ ਫੋਨ ਕਰਦੇ ਹੋ। ਛੱਡੋ ਤੁਸੀਂ ਜਦ ਆਪਾਂ ਸਵਾਲ ਨਹੀਂ ਪੁੱਛਣਾ ਚਾਹੁੰਦੇ ਫਿਰ ਫਾਇਦਾ ਨਹੀਂ ਕਹੇ ਕੋਈ। ਮੈਂ ਪਿਛਲੀ ਵਾਰ ਵੀ ਕਿਹਾ ਹੁਣ ਵੀ ਕਿਹਾ ਵੀ ਫੋਨ ਕਰ ਲਓ ਜਾਂ ਮੈਨੂੰ ਮੈਸੇਜ ਕਰ ਲਓ। 10 ਵੱਜ ਕੇ 20 ਮਿੰਟ ਤੇ ਪਿਛਲੀ ਵਾਰ ਕਿਹਾ 10 ਵੱਜ ਕੇ 20 ਮਿੰਟ ਤੇ ਹੁਣ ਕਿਹਾ। ਕ੍ਰਿਟਿਸਿਜ਼ਮ ਕਰ ਸਕਦੇ ਹਾਂ ਲੈ ਕੋਈ ਪਾਰਟੀ ਜਿਹਨੂੰ ਆਪਾਂ ਪਸੰਦ ਨਹੀਂ ਕਰਦੇ ਉਹਨੂੰ ਮੈਂ ਲੈ ਆਉਣਾ ਜੇ ਤੁਸੀਂ ਮੈਨੂੰ ਗੱਲ ਕਰਨ ਦੇ ਦੇਵੋ ਤਾਂ ਕਹਿ ਦਿਓ ਪਰ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਕਾਇਆ ਕਲਪ ਨਹੀਂ ਹੋਣੀ। ਫਿਰ ਵੀ ਆਸਵੰਦ ਕੇ ਜਿਸ ਤਰ੍ਹਾਂ ਸਰਦਾਰ ਪ੍ਰਗਟ ਸਿੰਘ ਨੇ ਕਿਹਾ ਕਿ ਪਿੰਡਾਂ ਨੂੰ ਸਾਂਭਣ ਦੀ ਲੋੜ ਹੈ ਪਿੰਡਾਂ ਨੂੰ ਕਹੋ ਤੇ ਪਿੰਡਾਂ ਦੇ ਰਾਹੀਂ ਕੋਸ਼ਿਸ਼ ਕਰੀਏ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਆਪਣੇ ਵੱਲੋਂ ਕੋਸ਼ਿਸ਼ ਹੈ ਤੇ ਹੋਰ ਕਿਸੇ ਨੇ ਆਪਣਾ ਕੋਈ ਪਸੰਦੀਦਾ ਰਾਜਨੀਤਿਕ ਬੰਦਾ ਲਿਆਉਣਾ ਹੋਵੇ ਤਾਂ ਮੈਨੂੰ ਫੋਨ ਕਰ ਸਕਦੇ ਹੋ 604 729 1224। ਨਹੀਂ ਫਿਰ ਮੈਂ ਆਪਣੇ ਤੌਰ ਤੇ ਕੋਸ਼ਿਸ਼ ਕਰਕੇ ਅਗਲੇ ਮੰਗਲਵਾਰ ਕੋਈ ਹੋਰ ਪੋਲੀਟੀਕਲ ਬੰਦਾ ਤੁਹਾਡੇ ਸਾਹਮਣੇ ਕਰਾਂਗੇ।